ਨਮਸਕਾਰ ਐਂਡ ਸਤਿ ਸ਼੍ਰੀ ਅਕਾਲ। ਅੱਜ ਆਪਾਂ ਇੱਕ ਨਵਾਂ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ, ਦੈਟ ਇਜ਼ ਕੰਟੀਨਿਊਟੀ ਐਂਡ ਡਿਫਰੈਂਸ਼ੀਬਿਲਿਟੀ। ਕੰਟੀਨਿਊਟੀ ਕੀ ਹੁੰਦੀ ਹੈ, ਡਿਫਰੈਂਸ਼ੀਬਿਲਿਟੀ ਕੀ ਹੁੰਦੀ ਹੈ, ਤੇ ਉਸ ਤੋਂ ਪਹਿਲਾਂ ਤੁਸੀਂ ਪੜ੍ਹ ਚੁੱਕੇ ਹੋ ਕਿ ਲਿਮਿਟ ਕੀ ਹੁੰਦੀ ਹੈ। ਕਿਉਂਕਿ ਜੇ ਲਿਮਿਟ ਤੁਸੀਂ ਪੜ੍ਹਿਆ ਹੋਊਗਾ ਤਾਂ ਹੀ ਤੁਹਾਨੂੰ ਇਸ ਚੈਪਟਰ ਦੀ ਸਮਝ ਆਊਗੀ। ਜੇ ਨਹੀਂ ਪੜ੍ਹਿਆ ਤਾਂ ਵੀ ਕੋਈ ਗੱਲ ਨਹੀਂ, ਆਪਾਂ ਜਿਹੜਾ ਬੇਸਿਕ ਫੰਡਾਮੈਂਟਲ ਹੈਗਾ ਉਹ ਆਪਾਂ ਪਹਿਲਾਂ ਡਿਸਕਸ ਕਰਾਂਗੇ, ਉਸ ਤੋਂ ਬਾਅਦ ਇਹ ਚੈਪਟਰ ਜਿਹੜਾ ਹੈ ਉਹ ਆਪਾਂ ਸਟਾਰਟ ਕਰਾਂਗੇ। ਸੋ ਸਭ ਤੋਂ ਪਹਿਲਾਂ ਕੀ ਹੈ ਕਿ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਮੇਰਾ ਡੈਸਕਟਾਪ। ਤਾਂ ਇੱਥੇ ਤੁਸੀਂ ਦੇਖ ਪਾ ਰਹੇ ਹੋ, ਦਿਸ ਇਜ਼ ਮਾਈ ਵਿੰਡੋ। ਇੱਥੇ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਨੇ ਹਾਂ ਕਿ ਕੰਟੀਨਿਊਸ ਫੰਕਸ਼ਨ ਕਿਹੜਾ ਹੁੰਦਾ ਹੈ ਤੇ ਡਿਸਕੰਟੀਨਿਊਸ ਫੰਕਸ਼ਨ ਕਿਹੜਾ ਹੁੰਦਾ ਹੈ। ਸਪੋਜ਼ ਦੈਟ fx ਇਜ਼ ਇਕੁਅਲ ਟੂ ਆਪਣੇ ਕੋਲ ਆ ਕੋਈ ਫੰਕਸ਼ਨ ਹੈਗਾ, ਸਾਈਨ x ਲੈ ਲਿਆ। ਹੁਣ ਸਾਈਨ x ਦਾ ਜੇ ਤੁਸੀਂ ਗ੍ਰਾਫ ਡਰਾ ਕਰਦੇ ਹੋ ਉਹ ਆਪਣੇ ਕੋਲ ਕਿਸ ਪ੍ਰਕਾਰ ਦਾ ਆਏਗਾ, ਇਸ ਵਿੱਚ ਦੇਖੋ। ਜਦੋਂ ਤੁਸੀਂ ਇਸ ਦਾ ਗ੍ਰਾਫ ਡਰਾ ਕਰੋਗੇ x ਇਕੁਅਲ ਟੂ 0 ਹੁੰਦਾ ਹੈ ਤਾਂ ਸਾਈਨ ਵੀ 0 ਹੋਏਗਾ, ਤੇ ਜਦੋਂ x ਇਕੁਅਲ ਟੂ π/2 ਹੋਏਗਾ ਤਾਂ ਉਦੋਂ ਆਪਣੇ ਕੋਲ ਸਾਈਨ ਦੀ ਵੈਲਿਊ ਜਿਹੜੀ ਹੈਗੀ ਹੈ ਉਹ 1 ਹੁੰਦੀ ਹੈ। ਜਦੋਂ x ਇਜ਼ ਇਕੁਅਲ ਟੂ π ਹੋਏਗਾ ਉਦੋਂ 0 ਹੋਏਗਾ, ਠੀਕ ਹੈ। ਤੇ ਜਦੋਂ x ਇਜ਼ ਇਕੁਅਲ ਟੂ 3π/2 ਹੋਏਗਾ ਉਦੋਂ ਫਿਰ ਉਹ ਆਪਣੇ ਕੋਲ -1 ਹੋਏਗਾ। ਤਾਂ ਇਹਨਾਂ ਨੂੰ ਜਦੋਂ ਤੁਸੀਂ ਮਿਲਾਓਗੇ ਤਾਂ ਉਹ ਗ੍ਰਾਫ ਆਪਣੇ ਕੋਲ ਇਸ ਪ੍ਰਕਾਰ ਦਾ ਬਣੇਗਾ। ਐਂ ਕਰਕੇ ਫਿਰ ਇੱਧਰ ਚਲਾ ਗਿਆ, ਫਿਰ ਇਹ ਆਪਣੇ ਕੋਲ ਉੱਪਰ ਚਲਾ ਜਾਊਗਾ। ਐਵੇਂ ਹੀ ਜਦੋਂ ਆਪਣੇ ਕੋਲ ਨੈਗੇਟਿਵ ਵੈਲਿਊਜ਼ ਹੋਣਗੀਆਂ ਉਦੋਂ ਆਪਣੇ ਕੋਲ ਇਸ ਦਾ ਗ੍ਰਾਫ ਜਿਹੜਾ ਹੈ ਉਹ ਆਪਣੇ ਕੋਲ ਇਸ ਤਰ੍ਹਾਂ ਦਾ ਇਸ ਵਿੱਚ ਬਣੇਗਾ। ਤਾਂ ਸਾਈਨ ਦਾ ਜਿਹੜਾ ਗ੍ਰਾਫ ਹੈਗਾ ਉਹ ਕਿਧਰੇ ਵੀ ਉਹਦੇ ਵਿੱਚ ਬ੍ਰੇਕ ਨਹੀਂ ਆਉਂਦੀ। ਤਾਂ ਇਹ ਜਿਹੜਾ ਫੰਕਸ਼ਨ ਜਿਹੜਾ ਹੋਏਗਾ, ਦਿਸ ਇਜ਼ ਕੰਟੀਨਿਊਸ ਫੰਕਸ਼ਨ। ਦਿਸ ਇਜ਼ ਕੰਟੀਨਿਊਸ ਫੰਕਸ਼ਨ ਇਨ -∞ ਟੂ ਇਨਫਿਨਿਟੀ। ਜਿਹੜਾ ਆ ਇੰਟਰਵਲ ਹੈਗਾ, ਇਸ ਇੰਟਰਵਲ ਦੇ ਵਿੱਚ ਇਹ ਫੰਕਸ਼ਨ ਹਮੇਸ਼ਾ ਕੰਟੀਨਿਊਸ ਰਹੇਗਾ। ਜੋ ਆਪਣੇ ਕੋਲ ਰੀਅਲ ਲਾਈਨ ਹੈ, ਰੀਅਲ ਲਾਈਨ ਦੇ ਉੱਪਰ ਤੁਸੀਂ ਕੋਈ ਵੀ ਪੁਆਇੰਟ ਲਓਗੇ, ਹਰੇਕ ਪੁਆਇੰਟ ਦੇ ਉੱਪਰ ਇਸ ਦੀ ਵੈਲਿਊ ਐਗਜ਼ਿਸਟ ਕਰਦੀ ਹੈ। ਤੇ ਨੰਬਰ 2 ਤੇ ਇਹ ਕਿਧਰੇ ਵੀ ਡਿਸਕੰਟੀਨਿਊਸ ਨਹੀਂ ਬਣੇਗਾ। ਐਵੇਂ ਜੇ ਤੁਸੀਂ fx ਇਜ਼ ਇਕੁਅਲ ਟੂ ਕੋਸਾਈਨ ਫੰਕਸ਼ਨ ਲੈਂਦੇ ਹੋ ਤਾਂ ਇਹ ਵੀ ਆਪਣੇ ਕੋਲ ਕੰਟੀਨਿਊਸ ਫੰਕਸ਼ਨ ਹੋਏਗਾ। ਹੁਣ ਜੇ ਆਪਾਂ ਗੱਲ ਕਰੀਏ, ਇੱਕ ਹੋਰ ਮੈਂ ਐਗਜ਼ਾਮਪਲ ਦੇਣਾ ਤੁਹਾਨੂੰ। ਸਪੋਜ਼ ਦੈਟ ਆਪਣੇ ਕੋਲ ਇੱਕ ਫੰਕਸ਼ਨ ਹੈਗਾ fx ਇਜ਼ ਇਕੁਅਲ ਟੂ 1/x। ਜੇ ਆਪਾਂ ਆ ਫੰਕਸ਼ਨ ਲਈਏ ਤੇ ਇਸ ਫੰਕਸ਼ਨ ਦਾ ਆਪਾਂ ਗ੍ਰਾਫ ਡਰਾ ਕਰੀਏ। ਗ੍ਰਾਫ ਡਰਾ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਪਏਗਾ? ਸਭ ਤੋਂ ਪਹਿਲਾਂ ਦੇਖੋ, ਜਦੋਂ ਆਪਣੇ ਕੋਲ ਇੱਥੇ ਇਸ ਦੇ ਵਿੱਚ x ਇਕੁਅਲ ਟੂ 0 ਤੁਸੀਂ ਲਓਗੇ ਤਾਂ f0 ਦੀ ਵੈਲਿਊ ਕਿੰਨੀ ਬਣਦੀ ਹੈ? 1/0 ਇਜ਼ ਇਕੁਅਲ ਟੂ ਇਨਫਿਨਿਟੀ, ਠੀਕ ਹੈ। ਤੇ ਜੇ ਤੁਸੀਂ x ਇਕੁਅਲ ਟੂ 1 ਲੈਂਦੇ ਹੋ, 2 ਲੈਂਦੇ ਹੋ, 3 ਲੈਂਦੇ ਹੋ, 4 ਲੈਂਦੇ ਹੋ ਤਾਂ fx ਦੀ ਵੈਲਿਊ ਕਿਹੜੀ ਆਣੀ ਹੈ ਆਪਣੇ ਕੋਲ? 1 ਆਏਗਾ, 1/2 ਆਏਗਾ, 1.3 ਆਏਗਾ, 1.4 ਆਏਗਾ, 1.5 ਆਏਗਾ। ਜਿਵੇਂ ਜਿਵੇਂ x ਦੀ ਵੈਲਿਊ ਇਨਕਰੀਜ਼ ਹੋਏਗੀ fx ਦੀ ਵੈਲਿਊ ਡਿਕਰੀਜ਼ ਹੋ ਰਹੀ ਹੈ। ਤਾਂ ਆ ਆਪਣੇ ਕੋਲ 1 ਹੋ ਗਿਆ, 2 ਹੋ ਗਿਆ, 3 ਹੋ ਗਿਆ, 4 ਹੋ ਗਿਆ, 5 ਹੋ ਗਿਆ, 1 2 3 4 5 ਐਂਡ ਸੋ ਔਨ। x ਦੀ ਵੈਲਿਊ 1 ਹੈਗੀ ਤਾਂ y ਦੀ ਵੈਲਿਊ 1, x ਦੀ ਵੈਲਿਊ 2 ਹੈ ਤਾਂ 1/2, 3 ਹੈ ਤਾਂ 1/3, 4 ਹੈ ਤਾਂ 1/4, 5 ਹੈ ਤਾਂ 1.5 ਐਂਡ ਸੋ ਔਨ। ਤੇ ਜਦੋਂ x ਇਕੁਅਲ ਟੂ 0 ਹੈਗਾ ਜਾਂ 1/2 ਪੁੱਟ ਕਰ ਦਿਓ ਤਾਂ 2 ਬਣ ਜਾਏਗਾ। ਜੇ x ਇਕੁਅਲ ਟੂ ਤੁਸੀਂ 1/2 ਪੁੱਟ ਕਰ ਦਿਓ ਤਾਂ y ਦੀ ਵੈਲਿਊ ਕਿੰਨੀ ਹੋ ਜਾਏਗੀ? 2 ਬਣ ਜਾਊਗੀ, ਉਹ ਇੱਥੇ ਆ ਜਾਊਗੀ ਆਪਣੇ ਕੋਲ, ਠੀਕ ਹੈ ਨਾ। ਇਸ ਤਰ੍ਹਾਂ ਉਹ ਕੀ ਹੋਏਗੀ? ਆਪਣੇ ਕੋਲ ਇਨਕਰੀਜ਼ ਹੁੰਦੀ ਜਾਏਗੀ। ਤਾਂ ਇਹਨਾਂ ਨੂੰ ਜਦੋਂ ਆਪਾਂ ਮਿਲਾਉਂਦੇ ਹਾਂ ਸਾਰੇ ਪੁਆਇੰਟਾਂ ਨੂੰ ਤਾਂ ਤੁਹਾਡੇ ਕੋਲ ਗ੍ਰਾਫ ਜਿਹੜਾ ਹੈ ਉਹ ਆਪਣੇ ਕੋਲ ਇਸ ਤਰ੍ਹਾਂ ਦਾ ਬਣਦਾ ਹੈ। ਹੁਣ ਇੱਧਰ ਤਾਂ ਆਪਣੇ ਕੋਲ ਵੈਲਿਊ ਘਟ ਰਹੀ ਹੈ, x ਐਕਸਿਸ ਦੀ ਪੈਰਲਲ ਜਿਹੜੀ ਵੈਲਿਊ ਹੈਗੀ ਹੈ ਫੰਕਸ਼ਨ ਦੀ ਉਹ ਤਾਂ ਆਪਣੇ ਕੋਲ ਡਿਕਰੀਜ਼ ਹੋ ਰਹੀ ਹੈ। ਤੇ ਜਦੋਂ ਆਪਾਂ ਆਪਣੇ ਕੋਲ x ਇਕੁਅਲ ਟੂ 0 ਹੈਗਾ, ਉਸ ਕੇਸ ਦੇ ਵਿੱਚ ਇਸ ਦੀ ਵੈਲਿਊ ਜਿਹੜੀ ਹੈਗੀ ਹੈ ਉਹ ਕੀ ਬਣਦੀ ਹੈ? ਇਨਫਿਨਿਟੀ। ਐਵੇਂ ਹੀ ਜਦੋਂ ਆਪਣੇ ਕੋਲ ਹੈਗਾ x ਇਜ਼ ਇਕੁਅਲ ਟੂ -1 -2 -3 -4 ਪੁੱਟ ਕਰੋਗੇ ਤਾਂ ਇਸ ਦਾ ਜਿਹੜਾ ਗ੍ਰਾਫ ਹੈਗਾ ਉਹ ਆਪਣੇ ਕੋਲ
इस तरह का बनेगा, ऐं करके नीचे ਨੂੰ चला जाएगा। ठीक है, ਤਾਂ ਜਿਹੜਾ fx इज इक्वल टू 1/x ਜਿਹੜਾ ਹੈ ਤੇ x ਜੇ ਆਪਣੇ ਕੋਲ ਬਿਲੋਂਗ ਕਰਦਾ ਹੋਵੇ -ਇਨਫਿਨਿਟੀ ਟੂ ਇਨਫਿਨਿਟੀ, ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਜਿਹੜਾ ਫੰਕਸ਼ਨ ਹੈ ਉਸ ਦੇ ਆ ਦੋ ਗ੍ਰਾਫ ਬਣਦੇ ਨੇ। ਤੇ ਜਦੋਂ ਤੁਸੀਂ ਇਹਨਾਂ ਦੋਨਾਂ ਗ੍ਰਾਫਾਂ ਨੂੰ ਦੇਖੋਗੇ ਤਾਂ ਤੁਹਾਨੂੰ ਕੀ ਦਿਖਾਈ ਦੇ ਰਿਹਾ ਕਿ ਜਦੋਂ x ਇਕੁਅਲ ਟੂ 0 ਹੈਗਾ ਉਸ ਕੇਸ ਦੇ ਵਿੱਚ ਆਪਣੇ ਕੋਲ ਇਹ ਦੋਨੋਂ ਗ੍ਰਾਫ ਵੱਖਰੇ ਵੱਖਰੇ ਹੋ ਜਾਂਦੇ ਨੇ, ਇੱਕ ਉੱਪਰ ਨੂੰ ਚਲਾ ਗਿਆ ਦੂਜਾ ਨੀਚੇ ਨੂੰ ਚਲਾ ਗਿਆ। ਮਤਲਬ x ਇਕੁਅਲ ਟੂ 0 ਜਿਹੜਾ ਪੁਆਇੰਟ ਹੈਗਾ ਉਸ ਪੁਆਇੰਟ ਤੇ ਜਿਹੜਾ ਫੰਕਸ਼ਨ ਹੈਗਾ ਉਹ ਆਪਣੇ ਕੋਲ ਬ੍ਰੇਕ ਹੋ ਰਿਹਾ। ਕਿਸ ਪੁਆਇੰਟ ਤੇ ਬ੍ਰੇਕ ਹੋ ਰਿਹਾ? ਜਦੋਂ x ਇਕੁਅਲ ਟੂ 0 ਹੈਗਾ ਉਸ ਕੇਸ ਦੇ ਵਿੱਚ ਇਹ ਆਪਣੇ ਕੋਲ ਬ੍ਰੇਕ ਹੋ ਰਿਹਾ। ਤੇ ਜਦੋਂ ਕੋਈ ਫੰਕਸ਼ਨ ਬ੍ਰੇਕ ਹੋਏਗਾ ਉਸ ਕੇਸ ਦੇ ਵਿੱਚ ਜਿਹੜਾ ਫੰਕਸ਼ਨ ਹੋਏਗਾ that will not be continuous। ਜੇ ਉਹ ਕੰਟੀਨਿਊਸ ਨਹੀਂ ਹੈ ਤਾਂ ਫਿਰ ਉਹ ਕੀ ਬਣੇਗਾ? ਉਹ ਆਪਣੇ ਕੋਲ ਬਣ ਜਾਏਗਾ ਡਿਸਕੰਟੀਨਿਊਸ। ਜਿਹੜਾ ਫੰਕਸ਼ਨ ਕੰਟੀਨਿਊਸ ਨਹੀਂ ਹੋਏਗਾ ਉਹ ਆਪਣੇ ਕੋਲ ਡਿਸਕੰਟੀਨਿਊਸ ਫੰਕਸ਼ਨ ਬਣ ਜਾਏਗਾ। ਠੀਕ ਹੈ ਨਾ, ਤਾਂ ਇਸ ਤਰ੍ਹਾਂ ਆਪਣੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਹੈਗੀਆਂ ਨੇ। ਜਿਵੇਂ ਤੁਸੀਂ ਗ੍ਰੇਟੈਸਟ ਇੰਟੀਜਰ ਦਾ ਗ੍ਰਾਫ ਦੇਖੋਗੇ ਤਾਂ ਉਹ ਵੀ ਆਪਣੇ ਕੋਲ ਡਿਸਕੰਟੀਨਿਊਸ ਹੁੰਦਾ ਹੈ। ਤਾਂ ਇਹ ਤਾਂ ਗੱਲ ਹੋ ਗਈ ਆਪਣੇ ਕੋਲ ਕਿ ਆਪਾਂ ਇਸ ਚੈਪਟਰ ਦੇ ਵਿੱਚ ਸਟੱਡੀ ਕੀ ਕਰਨੀ ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜਾ ਤੁਸੀਂ ਚੈਪਟਰ ਸਟਾਰਟ ਕਰਨ ਜਾ ਰਹੇ ਹੋ ਕੰਟੀਨਿਊਟੀ ਐਂਡ ਡਿਫਰੈਂਸ਼ੀਬਿਲਿਟੀ, ਤਾਂ ਇਸ ਵਿੱਚ ਆਪਾਂ ਸਟੱਡੀ ਕੀ ਕਰਨਾ ਹੈ? ਸਟੱਡੀ ਆਪਾਂ ਕਰਨਾ ਹੈ ਕਿ ਜੋ ਫੰਕਸ਼ਨ ਹੈਗਾ ਉਸ ਦਾ ਬਿਹੇਵੀਅਰ, ਉਸ ਦੀ ਨੇਚਰ, ਉਹ ਫੰਕਸ਼ਨ ਆਪਣੇ ਕੋਲ ਕੰਟੀਨਿਊਸ ਹੈ ਜਾਂ ਨਹੀਂ ਹੈ। ਜੇ ਕੰਟੀਨਿਊਸ ਨਹੀਂ ਹੈ ਤੇ ਉਹ ਕਿਸ ਪੁਆਇੰਟ ਤੇ ਨਹੀਂ ਹੈ। ਜੇ ਉਹ ਠੀਕ ਹੈ ਨਾ, ਜੇ ਕੰਟੀਨਿਊਸ ਹੈਗਾ ਤਾਂ ਉਹ ਕਿੰਨੇ ਇੰਟਰਵਲ ਦੇ 'ਚ ਹੈਗਾ, ਜੇ ਉਹ ਡਿਸਕੰਟੀਨਿਊਸ ਹੈਗਾ ਤਾਂ ਕਿਹੜੇ ਪੁਆਇੰਟ ਦੇ ਉੱਪਰ ਹੈਗਾ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਆਪਾਂ ਫੰਕਸ਼ਨ ਦੇ ਨੇਚਰ ਦੇ ਬਾਰੇ ਆਪਾਂ ਸਟੱਡੀ ਕਰਾਂਗੇ ਪੁਆਇੰਟ ਵਾਈਜ਼। ਲੇਕਿਨ ਉਸ ਨੂੰ ਵੀ ਸਟੱਡੀ ਕਰਨ ਤੋਂ ਪਹਿਲਾਂ ਆਪਾਂ ਨੂੰ ਕੁਝ ਹੋਰ ਚੀਜ਼ਾਂ ਵੀ ਚਾਹੀਦੀਆਂ ਨੇ ਜਿਹੜੀਆਂ ਕਿ ਤੁਸੀਂ ਪਹਿਲਾਂ ਸਟੱਡੀ ਕੀਤੀਆਂ ਹੋਈਆਂ ਨੇ, ਲੇਕਿਨ ਇੱਥੇ ਆਪਾਂ ਨੂੰ ਉਹ ਚੀਜ਼ਾਂ ਫਿਰ ਦੁਬਾਰਾ ਰਿਵਾਈਜ਼ ਕਰਨੀਆਂ ਪੈਣਗੀਆਂ, ਪੜ੍ਹਨੀਆਂ ਪੈਣਗੀਆਂ, ਤੁਹਾਡੇ ਦਿਮਾਗ ਦੀ 'ਚ ਗੱਲਾਂ ਹੋਣੀਆਂ ਚਾਹੀਦੀਆਂ ਨੇ। ਤਾਂ ਸਭ ਤੋਂ ਪਹਿਲਾਂ ਗੱਲ ਇਹ ਹੈਗੀ ਹੈ ਕਿ x approaches to a, x approaches to a, ਇਸ ਦਾ ਮਤਲਬ ਕੀ ਹੈ? what do you mean by x approaches to a? ਇਸ ਦਾ ਮਤਲਬ ਇਹ ਹੈਗਾ ਕਿ x is not equal to a। x ਜਿਹੜਾ ਹੈਗਾ ਉਹ ਆਪਣੇ ਕੋਲ a ਦੇ ਇਕੁਅਲ ਨਹੀਂ ਹੈ। ਜੇ x a ਦੇ ਇਕੁਅਲ ਨਹੀਂ ਹੈ ਕਿਉਂਕਿ x ਜਿਹੜਾ ਨਾ ਉਹ a ਨੂੰ ਅਪਰੋਚ ਕਰਦਾ ਪਿਆ, ਤਾਂ ਇਸ ਦਾ ਮਤਲਬ ਹੋਏਗਾ ਜਾਂ ਤਾਂ x ਜਿਹੜਾ ਹੈਗਾ ਉਹ ਗ੍ਰੇਟਰ ਦੈਨ a ਹੋਏਗਾ ਜਾਂ ਫਿਰ x ਜਿਹੜਾ ਹੈਗਾ ਉਹ ਲੈਸ ਦੈਨ a ਹੋਏਗਾ। ਇਸ ਦਾ ਮਤਲਬ ਕਿ ਜੋ ਆਪਣੇ ਕੋਲ ਰੀਅਲ ਲਾਈਨ ਹੈ, ਦਿਸ ਇਜ਼ ਰੀਅਲ ਲਾਈਨ, ਤੇ x ਜਿਹੜਾ ਹੈ ਉਹ ਆਪਣੇ ਕੋਲ ਇਸ ਦੇ ਉੱਪਰ ਕੋਈ ਪੁਆਇੰਟ ਹੈਗਾ, x ਇਜ਼ ਇਕੁਅਲ ਟੂ a, ਆ ਆਪਣੇ ਕੋਲ ਕੋਈ ਪੁਆਇੰਟ ਹੈਗਾ। ਤਾਂ ਜਦੋਂ x a ਨੂੰ ਅਪਰੋਚ ਕਰ ਰਿਹਾ ਹੈ, x ਦੇ ਨੇੜੇ ਜਾ ਰਿਹਾ ਹੈ, x ਦੇ ਇਕੁਅਲ ਹੋਣ ਦੀ ਕੋਸ਼ਿਸ਼ ਕਰਦਾ ਹੈ, ਬਟ ਉਹ x ਜਿਹੜਾ ਹੈਗਾ ਉਹ a ਦੇ ਇਕੁਅਲ ਬਣੇਗਾ ਨਹੀਂ। ਠੀਕ ਹੈ ਨਾ, ਤਾਂ ਇਸ ਦਾ ਮਤਲਬ ਹੋ ਗਿਆ ਕਿ ਜਦੋਂ x ਗ੍ਰੇਟਰ ਦੈਨ a ਹੈਗਾ ਉਸ ਕੇਸ ਦੇ ਵਿੱਚ x ਜਿਹੜਾ ਹੈਗਾ ਉਹ ਇੱਧਰਲੇ ਪਾਸੇ ਐਗਜ਼ਿਸਟ ਕਰੇਗਾ। ਇੱਧਰਲੇ ਪਾਸੇ ਐਗਜ਼ਿਸਟ ਕਰਨ ਦਾ ਮਤਲਬ x ਇਜ਼ ਗ੍ਰੇਟਰ ਦੈਨ a। ਆ ਵਾਰੀ ਦੇਖੋ, ਠੀਕ ਹੈ ਨਾ, ਆ ਹੋ ਗਿਆ। ਤੇ ਜਦੋਂ ਆਪਣੇ ਕੋਲ x ਜਿਹੜਾ ਹੈਗਾ ਉਹ ਆਪਣੇ ਕੋਲ ਲੈਸ ਦੈਨ a ਹੈਗਾ ਤਾਂ ਇਸ ਦਾ ਮਤਲਬ x ਜਿਹੜਾ ਹੈਗਾ ਉਹ ਇੱਧਰ ਪਾਸੇ ਹੋਏਗਾ। ਠੀਕ ਹੈ ਨਾ, x ਇਜ਼ ਲੈਸ ਦੈਨ a, ਤਾਂ x ਜਿਹੜਾ ਹੈਗਾ ਉਹ ਫਿਰ ਆਪਣੇ ਕੋਲ ਇੱਧਰੋਂ ਅਪਰੋਚ ਕਰੇਗਾ। x ਜਾਂ ਤਾਂ ਇੱਧਰੋਂ ਅਪਰੋਚ ਕਰੇਗਾ ਜਾਂ ਇੱਧਰੋਂ ਅਪਰੋਚ ਕਰੇਗਾ। ਠੀਕ, ਇੱਧਰੋਂ ਜਾਏਗਾ। ਤੇ ਜਦੋਂ ਇੱਧਰੋਂ ਜਾਣ ਦਾ ਮਤਲਬ x ਇਜ਼ ਲੈਸ ਦੈਨ a। ਇਹ ਆਪਣੇ ਕੋਲ ਦੋ ਚੀਜ਼ਾਂ ਆ ਗਈਆਂ। ਤਾਂ ਜਦੋਂ ਰਾਈਟ ਸਾਈਡ ਦੇ ਵਿੱਚ ਐਗਜ਼ਿਸਟ ਕਰੇਗਾ ਉਸ ਕੇਸ ਵਿੱਚ ਆਪਾਂ ਨੂੰ x ਗ੍ਰੇਟਰ ਦੈਨ a ਹੋਏਗਾ ਤੇ ਉਹ ਆਪਣੇ ਕੋਲ ਬਣੇਗਾ x approaches to a from ਰਾਈਟ ਸਾਈਡ। ਜਦੋਂ ਆਪਣੇ ਕੋਲ x ਇੱਧਰੋਂ ਜਾ ਰਿਹਾ ਹੈ ਤਾਂ ਉਹ ਕੀ ਹੋਏਗਾ? x approaches to a, x ਜਿਹੜਾ ਹੈ ਉਹ a ਨੂੰ ਅਪਰੋਚ ਕਰਦਾ ਰਾਈਟ ਸਾਈਡ ਤੋਂ, ਤਾਂ ਉਸ ਕੇਸ ਵਿੱਚ ਆਪਣੇ ਕੋਲ ਬਣਦੀ ਹੈ ਰਾਈਟ ਲਿਮਿਟ। ਕੀ ਬਣਦੀ ਹੈ?
ਜਦੋਂ ਤੁਸੀਂ ਕਿਸੇ ਫੰਕਸ਼ਨ ਦੀ ਲਿਮਿਟ ਲੋਗੇ x ਅਪਰੋਚਸ ਟੂ a ਪਲੱਸ ਇਸ ਦਾ ਮਤਲਬ ਹੁੰਦਾ ਹੈ ਰਾਈਟ ਲਿਮਿਟ। ਉਵੇਂ ਹੀ ਜਦੋਂ x ਆਪਣੇ ਕੋਲ ਅਪਰੋਚ ਕਰਦਾ ਹੈ ਲੈਫਟ ਸਾਈਡ ਤੋਂ, ਠੀਕ ਹੈ ਨਾ, ਤਾਂ ਉਦੋਂ ਆਪਾਂ ਉੱਪਰ ਆਪਾਂ ਨਿਸ਼ਾਨ ਲਗਾ ਦਿੰਦੇ ਹਾਂ ਮਾਈਨਸ ਦਾ, ਬਟ ਇਸ ਦਾ ਮਤਲਬ ਇਹ ਨਹੀਂ ਹੈ ਜਿਹੜਾ a ਹੈਗਾ ਉਹ ਆਪਣੇ ਕੋਲ ਨੈਗੇਟਿਵ ਬਣ ਗਿਆ। ਇਸ ਦਾ ਮਤਲਬ ਇਹ ਹੈਗਾ ਕਿ x ਜਿਹੜਾ ਹੈਗਾ ਉਹ ਆਪਣੇ ਕੋਲ a ਤੋਂ ਛੋਟਾ ਹੈਗਾ ਤੇ x ਲੈਫਟ ਸਾਈਡ ਤੋਂ, ਦਿਸ ਇਜ਼ ਲੈਫਟ ਸਾਈਡ, ਦਿਸ ਇਜ਼ ਰਾਈਟ ਸਾਈਡ, ਤਾਂ ਜਦੋਂ x ਇੱਧਰ ਜਾਏਗਾ ਤਾਂ ਉਹ ਆਪਣੇ ਕੋਲ ਕੀ ਬਣੂਗੀ ਲੈਫਟ ਲਿਮਿਟ, ਲਿਮਿਟ x ਅਪਰੋਚਸ ਟੂ a ਫਰੋਮ ਲੈਫਟ ਸਾਈਡ fx। ਤਾਂ ਇਹ ਆਪਣੇ ਕੋਲ ਦੋ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆ ਗਈਆਂ, ਇੱਕ ਤਾਂ ਲੈਫਟ ਲਿਮਿਟ ਕੀ ਹੁੰਦੀ ਹੈ, ਇੱਕ ਰਾਈਟ ਲਿਮਿਟ ਕੀ ਹੁੰਦੀ ਹੈ। ਲੈਫਟ ਲਿਮਿਟ ਜਦੋਂ x ਅਪਰੋਚ ਕਰਦਾ ਹੈ ਇਹਨੂੰ ਲੈਫਟ ਸਾਈਡ ਤੋਂ, ਤੇ ਰਾਈਟ ਲਿਮਿਟ ਜਦੋਂ x ਅਪਰੋਚ ਕਰਦਾ ਹੈ ਰਾਈਟ ਸਾਈਡ ਤੋਂ। ਸੋ ਦਿਸ ਇਜ਼ ਦਾ ਲੈਫਟ ਲਿਮਿਟ ਆਫ ਦਾ ਫੰਕਸ਼ਨ ਐਂਡ ਦਿਸ ਇਜ਼ ਦਾ ਰਾਈਟ ਲਿਮਿਟ ਆਫ ਦਾ ਫੰਕਸ਼ਨ। ਤੇ ਜਦੋਂ ਆਪਾਂ ਲਿਮਿਟ ਅਪਲਾਈ ਕਰਨ ਤੋਂ ਬਾਅਦ ਜਿਹੜੀ ਵੈਲਿਊ ਆਉਂਦੀ ਹੈ ਉਸ ਵੈਲਿਊ ਨੂੰ ਆਪਾਂ ਕਹਿੰਦੇ ਹਾਂ ਲਿਮਿਟਿੰਗ ਵੈਲਿਊ। ਆਪਣੇ ਕੋਲ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਹੁੰਦੀ ਹੈ ਆਪਣੇ ਕੋਲ ਲਿਮਿਟ x ਅਪਰੋਚਸ ਟੂ a fx, ਦਿਸ ਇਜ਼ ਨੋਨ ਐਜ਼, ਜਦੋਂ ਆਪਾਂ ਲਿਮਿਟ ਲਵਾਂਗੇ ਇਸ ਦੀ x ਇਹਨੂੰ ਅਪਰੋਚ ਕਰ ਰਿਹਾ ਹੈ ਤਾਂ ਇਸ ਦੀ ਵੈਲਿਊ ਆਪਾਂ ਨੂੰ ਕਿੰਨੀ ਆ ਰਹੀ ਹੈ, ਉਹ ਹੁੰਦੀ ਹੈ ਲਿਮਿਟਿੰਗ ਵੈਲਿਊ। ਇਹਨੂੰ ਥੋੜਾ ਧਿਆਨ ਦੇ ਵਿੱਚ ਰੱਖਿਓ, ਇਹ ਹੁੰਦੀ ਹੈ ਲਿਮਿਟਿੰਗ ਵੈਲਿਊ। ਇੱਕ ਜਦੋਂ ਆਪਾਂ ਜਿਹੜਾ ਫੰਕਸ਼ਨ ਹੈਗਾ ਉਸ ਦੇ ਵਿੱਚ ਸਿੱਧਾ ਹੀ ਆਪਾਂ a ਪੁੱਟ ਕਰਤਾ, ਉਹ ਹੁੰਦਾ ਆਪਣੇ ਕੋਲ ਫੰਕਸ਼ਨਲ ਵੈਲਿਊ, ਠੀਕ ਹੈ ਨਾ। ਇੱਕ ਹੋਗੀ ਲਿਮਿਟਿੰਗ ਵੈਲਿਊ, ਜਦੋਂ ਆਪਾਂ ਲੈਫਟ ਲਿਮਿਟ ਜਾਂ ਰਾਈਟ ਲਿਮਿਟ ਅਪਲਾਈ ਕਰਾਂਗੇ, ਲਿਮਿਟ ਅਪਲਾਈ ਕਰਨ ਤੋਂ ਬਾਅਦ ਜਿਹੜੀ ਵੈਲਿਊ ਆਊਗੀ ਦੇਟ ਇਜ਼ ਨੋਨ ਐਜ਼ ਲਿਮਿਟਿੰਗ ਵੈਲਿਊ। ਤੇ ਜਦੋਂ ਆਪਾਂ ਫੰਕਸ਼ਨ ਦੇ ਵਿੱਚ ਜੋ ਆਪਾਂ ਨੂੰ ਪੁਆਇੰਟ ਦਿੱਤਾ ਹੋਇਆ ਹੈ ਉਹ ਪੁਆਇੰਟ ਡਾਇਰੈਕਟ ਜਦੋਂ ਆਪਾਂ ਪੁੱਟ ਕਰ ਦਾਂਗੇ ਦੇਟ ਵਿਲ ਬੀ ਫੰਕਸ਼ਨਲ ਵੈਲਿਊ, ਠੀਕ ਹੈ ਨਾ। ਹੁਣ ਕੀ ਹੈ ਕਿ ਆਪਾਂ ਥੋੜਾ ਜਿਹਾ ਜੋ ਤੁਹਾਡੀ ਬੁੱਕ ਹੈਗੀ ਹੈ, ਤੁਹਾਡੀ ਬੁੱਕ ਦੇ ਵਿੱਚੋਂ ਥੋੜੇ ਜਿਹੇ ਆਪਾਂ ਗ੍ਰਾਫ ਡਿਸਕਸ ਕਰ ਲੈਂਦੇ ਹਾਂ। ਕੰਟੀਨਿਊਟੀ, ਇੱਥੇ ਕੀ ਹੈ ਕਿ fx is equal to, you can see this function, ਇਸ ਨੂੰ ਧਿਆਨ ਨਾਲ ਦੇਖਿਓ। fx is equal to when x is less than and equal to 0 ਤਾਂ ਫੰਕਸ਼ਨ ਦੀ ਵੈਲਿਊ ਕਿੰਨੀ ਹੈਗੀ ਹੈ ਆਪਣੇ ਕੋਲ 1 ਬਣਦੀ ਹੈ। ਐਂਡ ਵੈਨ ਵੀ ਹੈਵ x is greater than 0 ਤਾਂ ਉਸ ਕੇਸ ਦੇ ਵਿੱਚ ਫੰਕਸ਼ਨ ਦੀ ਵੈਲਿਊ 2 ਬਣਦੀ ਹੈ। ਜਦੋਂ ਇਸ ਦਾ ਆਪਾਂ ਗ੍ਰਾਫ ਦੇਖਦੇ ਹਾਂ, ਇਹ ਇਸ ਦਾ ਗ੍ਰਾਫ ਦਿੱਤਾ ਹੋਇਆ ਹੈ, ਸੀ ਦਿਸ ਗ੍ਰਾਫ ਵੈਰੀ ਕੇਅਰਫੁਲੀ। ਇੱਥੇ ਜਿਹੜੀ ਦੂਸਰੀ ਵੈਲਿਊ, ਪਹਿਲੀ ਵੈਲਿਊ ਹੈਗੀ ਹੈ x is less than and equal to 0 ਤਾਂ ਫੰਕਸ਼ਨ ਦੀ ਵੈਲਿਊ ਕਿੰਨੀ ਬਣ ਰਹੀ ਹੈ 1 ਬਣਦੀ ਹੈ। x 0 ਤੋਂ ਛੋਟਾ ਜਿੰਨਾ ਮਰਜ਼ੀ ਹੋਵੇ ਜਾਂ x equal to 0 ਹੈਗਾ ਤਾਂ ਆਹ ਪੁਆਇੰਟ ਵੀ ਵਿੱਚ ਇਨਕਲੂਡ ਕੀਤਾ ਹੋਇਆ ਹੈ, ਠੀਕ ਹੈ ਨਾ। ਤਾਂ x equal to 0 ਵੀ ਇਸ ਦੇ ਵਿੱਚ ਕਾਊਂਟ ਹੋ ਰਿਹਾ ਹੈ। ਤਾਂ ਇਸ ਦੀ ਵੈਲਿਊ ਜਿਹੜੀ ਹੈਗੀ ਫੰਕਸ਼ਨ ਦੀ ਆਪਣੇ ਕੋਲ ਇਸ ਇੰਟਰਵਲ ਦੇ ਵਿੱਚ -∞ to 0 ਰਾਈਟ ਸਾਈਡ ਵਿੱਚ ਮੈਂ ਕਲੋਜ਼ਡ ਬ੍ਰੈਕਟ ਲਗਾਈ ਹੈ। ਇਸ ਦਾ ਮਤਲਬ ਇਹ ਹੁੰਦਾ ਹੈ ਕਿ 0 ਪੁਆਇੰਟ ਵੀ ਆਪਾਂ ਵਿੱਚ ਕਾਊਂਟ ਕਰਾਂਗੇ ਤਾਂ ਉਸ ਕੇਸ ਦੇ ਵਿੱਚ ਫੰਕਸ਼ਨ ਦੀ ਵੈਲਿਊ ਕਿੰਨੀ ਬਣਦੀ ਹੈ fx is equal to 1, ਨੋਟ ਦਿਸ ਪੁਆਇੰਟ। ਤੇ ਜਦੋਂ ਆਪਣੇ ਕੋਲ x ਹੈਗਾ ਗ੍ਰੇਟਰ ਦੈਨ 0, x is greater than 0, ਇਸ ਦਾ ਇੰਟਰਵਲ ਕਿਹੜਾ ਬਣੇਗਾ 0 to ∞ ਓਪਨ ਇੰਟਰਵਲ, ਕਿਉਂਕਿ ਇਹਦੇ ਵਿੱਚ x ਦੀ ਵੈਲਿਊ 0 ਨਹੀਂ ਹੋ ਸਕਦੀ। ਉਸ ਕੇਸ ਵਿੱਚ ਜਿਹੜਾ ਆਪਣੇ ਕੋਲ fx ਹੈਗਾ fx is equal to ਬਣਦਾ ਹੈ 2, ਤਾਂ ਇਹ ਇਸ ਦਾ ਗ੍ਰਾਫ ਬਣ ਰਿਹਾ ਹੈ। ਤਾਂ ਇਹ ਜਿਹੜਾ ਉੱਪਰਲਾ ਜਿਹੜਾ ਗ੍ਰਾਫ ਬਣਿਆ ਆਪਣੇ ਕੋਲ, ਇਸ ਗ੍ਰਾਫ ਨੂੰ ਧਿਆਨ ਦੇ ਨਾਲ ਦੇਖੋ ਕਿ ਜਿਹੜਾ ਆਪਣੇ ਕੋਲ ਆ ਡੋਟ ਦਾ ਸਾਈਨ ਹੈਗਾ ਇਸ ਦੇ ਵਿੱਚ 2 ਦੀ ਵੈਲਿਊ ਉਹ ਕਾਊਂਟ ਨਹੀਂ ਕੀਤੀ ਜਾ ਰਹੀ ਕਿਉਂਕਿ x equal to 0 ਇਸ ਵਿੱਚ ਨਹੀਂ ਹੈ। x equal to 0.0001 ਵੀ ਹੋਏਗਾ, ਉਹਦੀ ਵੈਲਿਊ ਵੀ ਆਪਾਂ ਨੂੰ 2 ਹੋਏਗੀ, ਬਟ x equal to 0 ਨਹੀਂ ਹੋਏਗਾ, ਠੀਕ ਹੈ ਨਾ। ਇਸ ਵਿੱਚ x equal to 0 ਦੇ ਉੱਪਰ ਫੰਕਸ਼ਨ ਦੀ ਵੈਲਿਊ ਨਹੀਂ ਲੈਣੀ ਆਪਾਂ, ਠੀਕ ਹੈ। f equal to x equal to ਤੁਸੀਂ 0.001 ਵੀ ਹੋਏਗਾ,
0.0001 ਵੀ ਹੋਏਗਾ, 0.002 ਵੀ ਹੋਏਗਾ, ਤੇ 0.1 ਵੀ ਹੋਏਗਾ, 0.4 ਵੀ ਹੋਏਗਾ, 0.5 ਹੋਏਗਾ। ਤਾਂ ਇਸ ਤਰ੍ਹਾਂ ਦੇ ਜਿੰਨੇ ਵੀ ਵੈਲਿਊਜ਼ ਆ ਰਹੀਆਂ ਨੇ, ਫਿਰ ਉਸ ਤੋਂ ਵੱਡੀ ਭਾਵੇਂ ਜਿੰਨੀ ਮਰਜ਼ੀ ਹੋਵੇ, ਤਾਂ ਉਹਨਾਂ ਸਾਰੇ ਪੁਆਇੰਟਾਂ ਦੇ ਉੱਪਰ ਆਪਣੇ ਕੋਲ ਫੰਕਸ਼ਨ ਦੀ ਵੈਲਿਊ ਹਮੇਸ਼ਾ 2 ਬਣੇਗੀ, ਲੇਕਿਨ x ਇਕੁਅਲ ਟੂ 0 ਨਹੀਂ ਲੈ ਸਕਦੇ ਆਪਾਂ ਇਸ ਦੇ ਅਕੋਰਡਿੰਗ। ਤਾਂ ਜਿਹੜੇ ਤੁਹਾਡੇ ਕੋਲ ਇੱਥੇ ਹੁਣ ਦੋ ਗ੍ਰਾਫ ਬਣੇ ਨੇ, ਫੰਕਸ਼ਨ ਆਪਣੇ ਕੋਲ ਇੱਕੋ ਹੀ ਹੈਗਾ, ਬਟ ਇੱਥੇ ਜਿਹੜਾ x ਇੰਟਰਵਲ ਜਿਹੜਾ ਬਣਦਾ ਹੈ -ਇਨਫਿਨਿਟੀ ਟੂ ਇਨਫਿਨਿਟੀ, ਜੋ ਰੀਅਲ ਲਾਈਨ ਬਣਦੀ ਹੈ, x ਇਕੁਅਲ ਟੂ 0 ਜਿਹੜਾ ਪੁਆਇੰਟ ਹੈਗਾ, ਦਿਸ ਪੁਆਇੰਟ, ਜਿਸ ਪੁਆਇੰਟ ਤੇ ਆਪਣੇ ਕੋਲ ਇੱਥੇ ਕੰਡੀਸ਼ਨ ਅਪਲਾਈ ਕੀਤੀ ਹੋਈ ਹੈ, ਜਿਸ ਕੰਡੀਸ਼ਨ ਦੇ ਉੱਪਰ ਫੰਕਸ਼ਨ ਆਪਣੇ ਕੋਲ ਡਿਫਾਈਨਡ ਹੈਗਾ, ਉਹ ਦੋਨੋਂ ਪੁਆਇੰਟ ਫੰਕਸ਼ਨ ਦੀ ਵੈਲਿਊ ਨੂੰ ਕਨੈਕਟ ਕਰਨਾ ਚਾਹੀਦਾ ਹੈ। ਉਸ ਪੁਆਇੰਟ ਦੇ ਉੱਪਰ ਜਦੋਂ ਫੰਕਸ਼ਨ ਦੀ ਵੈਲਿਊ ਇਕੁਅਲ ਬਣੂਗੀ, ਉਸ ਕੇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਦਿਸ ਫੰਕਸ਼ਨ ਇਜ਼ ਕੰਟੀਨਿਊਅਸ। ਬਟ ਇੱਥੇ ਕੀ ਹੈ, ਜਦੋਂ x ਇਕੁਅਲ ਟੂ 0 ਹੈਗਾ, ਤਾਂ ਉਸ ਕੇਸ ਦੇ ਵਿੱਚ ਫੰਕਸ਼ਨ ਦੀ ਵੈਲਿਊ ਦੋਨੋਂ ਡਿਫਰੈਂਟ ਆ ਰਹੀਆਂ ਨੇ, ਠੀਕ ਹੈ ਨਾ। ਜਾਂ ਤਾਂ ਉਹ 1 ਬਣੇਗਾ ਤੇ ਕਦੇ ਉਹ 2 ਬਣਦਾ ਹੈ, ਠੀਕ ਹੈ ਨਾ। ਤਾਂ ਜਦੋਂ x ਅਪਰੋਚ ਕਰਦਾ ਹੈ 0 ਨੂੰ, ਗ੍ਰੇਟਰ ਦੈਨ 0 ਹੈਗਾ ਤਾਂ 2 ਹੋ ਗਿਆ, ਤੇ ਜਦੋਂ x ਇਕੁਅਲ ਟੂ 0 ਹੈਗਾ ਤਾਂ ਉਹ 1 ਹੋ ਗਿਆ। ਤਾਂ ਇੱਥੇ ਆਪਣੇ ਕੋਲ ਜਿਹੜਾ ਫੰਕਸ਼ਨ ਹੈਗਾ ਉਹ ਆਪਣੇ ਕੋਲ ਡਿਸਕੰਟੀਨਿਊਅਸ ਹੋ ਗਿਆ। ਸੋ ਦਿਸ ਇਜ਼ ਡਿਸਕੰਟੀਨਿਊਅਸ ਫੰਕਸ਼ਨ, ਦਿਸ ਇਜ਼ ਨੋਟ ਏ ਕੰਟੀਨਿਊਅਸ ਫੰਕਸ਼ਨ, ਓਕੇ। ਸੋ ਇਸ ਤਰ੍ਹਾਂ ਜਿਹੜਾ ਹੈ ਇਸ ਨੂੰ ਆਪਾਂ ਲੈ ਕੇ ਚੱਲਾਂਗੇ, ਓਕੇ। ਸੀ ਆਲਸੋ ਦਾ ਨੈਕਸਟ ਐਗਜ਼ਾਮਪਲ, ਜਿਹੜੀ ਅਗਲੀ ਐਗਜ਼ਾਮਪਲ ਹੈਗੀ ਹੈ, ਦਿਸ ਇਜ਼ ਆਲਸੋ ਨੀਡ ਟੂ ਅੰਡਰਸਟੈਂਡ, ਬਹੁਤ ਵਧੀਆ ਐਗਜ਼ਾਮਪਲ ਦਿੱਤੀ ਹੋਈ ਹੈ। ਸੀ ਦਿਸ ਐਗਜ਼ਾਮਪਲ ਕੇਅਰਫੁਲੀ, ਇਸ ਨੂੰ ਧਿਆਨ ਨਾਲ ਸਮਝਣਾ, ਵੈਰੀ ਸਿੰਪਲ ਐਗਜ਼ਾਮਪਲ। ਇੱਥੇ ਆਪਾਂ ਨੂੰ ਦਿੱਤਾ ਕੀ ਹੋਇਆ ਹੈ ਕਿ ਜਦੋਂ ਆਪਣੇ ਕੋਲ fx ਇਕੁਅਲ ਟੂ 1 ਇਫ x ਨੋਟ ਇਕੁਅਲ ਟੂ 0, ਜਦੋਂ x 0 ਦੇ ਇਕੁਅਲ ਨਹੀਂ ਹੈ ਉਦੋਂ ਆਪਣੇ ਕੋਲ 1 ਹੈਗਾ। x 0 ਦੇ ਇਕੁਅਲ ਨਾ ਹੋਣ ਦਾ ਮਤਲਬ ਆਈਦਰ x ਇਜ਼ ਗ੍ਰੇਟਰ ਦੈਨ 0 ਔਰ x ਇਜ਼ ਲੈਸ ਦੈਨ 0, ਦੋਨੋਂ ਹੀ ਕੰਡੀਸ਼ਨਾਂ ਇਸ ਵਿੱਚ ਆਈਆਂ। ਤਾਂ ਉਸ ਕੇਸ ਦੇ ਵਿੱਚ ਜਿਹੜਾ ਫੰਕਸ਼ਨ ਹੋਏਗਾ ਉਸ ਦੀ ਵੈਲਿਊ ਆਪਣੇ ਕੋਲ ਕਿੰਨੀ ਬਣੂਗੀ, 1 ਦੇ ਇਕੁਅਲ ਆਏਗੀ। ਤੇ ਜਦੋਂ ਆਪਣੇ ਕੋਲ x ਇਕੁਅਲ ਟੂ 0 ਬਣਦਾ ਹੈ, ਉਸ ਕੇਸ ਦੇ ਵਿੱਚ ਫੰਕਸ਼ਨ ਦੀ ਵੈਲਿਊ 2 ਬਣਦੀ ਹੈ। ਇਸ ਦਾ ਮਤਲਬ ਇਹ ਹੋ ਗਿਆ। ਹੁਣ ਇਸ ਦਾ ਤੁਸੀਂ ਗ੍ਰਾਫ ਵੀ ਦੇਖ ਲਓ, ਆਹ ਜਿਹੜਾ ਗ੍ਰਾਫ ਹੈਗਾ, ਜਦੋਂ ਆਪਣੇ ਕੋਲ x ਇਕੁਅਲ ਟੂ 0 ਹੈਗਾ, ਉਸ ਕੇਸ ਵਿੱਚ ਪੁਆਇੰਟ ਆਪਣਾ ਨੂੰ ਆ ਬਣ ਰਿਹਾ। ਤਾਂ ਇਸ ਪੁਆਇੰਟ ਨੂੰ ਛੱਡ ਕੇ ਜਦੋਂ ਆਪਣੇ ਕੋਲ ਆਈਦਰ x ਇਜ਼ ਗ੍ਰੇਟਰ ਦੈਨ 0, ਆਹ ਵਾਲਾ ਹੋ ਗਿਆ, ਆਹ ਵਾਲਾ ਪਾਰਟ ਹੋ ਗਿਆ, ਵੈਨ x ਇਜ਼ ਗ੍ਰੇਟਰ ਦੈਨ 0, ਵੈਨ x ਇਜ਼ ਲੈਸ ਦੈਨ 0, ਤਾਂ ਆਪਣਾ ਆਹ ਵਾਲਾ ਗ੍ਰਾਫ ਹੋ ਗਿਆ, ਠੀਕ ਹੈ। ਤੇ ਜਦੋਂ ਆਪਣੇ ਕੋਲ x ਇਜ਼ ਇਕੁਅਲ ਟੂ 0 ਹੈਗਾ, ਉਸ ਕੇਸ ਵਿੱਚ ਆਪਣਾ ਆਹ ਵਾਲਾ ਗ੍ਰਾਫ ਹੋ ਗਿਆ। ਸੋ ਦਿਸ ਗ੍ਰਾਫ ਇਜ਼ ਡਿਸਕੰਟੀਨਿਊਅਸ ਵੈਨ x ਇਜ਼ ਇਕੁਅਲ ਟੂ 0। ਤੇ ਜਿਹੜਾ x ਇਕੁਅਲ ਟੂ 0 ਹੈਗਾ, ਉਹ ਆਪਣੇ ਕੋਲ ਲੈਫਟ ਸਾਈਡ ਅਤੇ ਰਾਈਟ ਸਾਈਡ ਦਾ ਜਿਹੜਾ ਗ੍ਰਾਫ ਹੈਗਾ, ਉਸ ਨੂੰ ਉਹ ਕਨੈਕਟ ਨਹੀਂ ਹੋਣ ਦੇ ਰਿਹਾ। ਉਹ ਜਿਹੜਾ x ਇਕੁਅਲ ਟੂ 0 ਜਿਹੜਾ ਪੁਆਇੰਟ ਹੈਗਾ, ਉਹ ਇਸ ਨੂੰ ਬ੍ਰੇਕ ਕਰ ਰਿਹਾ। ਇਸ ਕਰਕੇ ਦਿਸ ਗ੍ਰਾਫ ਇਜ਼ ਆਲਸੋ ਨੋਟ ਕੰਟੀਨਿਊਅਸ, ਦਿਸ ਇਜ਼ ਡਿਸਕੰਟੀਨਿਊਅਸ, ਠੀਕ ਹੈ ਨਾ। ਇਹ ਵੀ ਆਪਾਂ ਨੂੰ ਕੀ ਬਣ ਰਿਹਾ, ਆ ਦੇਖੋ ਇੱਥੇ ਲਿਖਿਆ ਹੋਇਆ ਨੋਟ ਕੰਟੀਨਿਊਅਸ ਐਟ x ਇਕੁਅਲ ਟੂ 0, ਓਕੇ। ਤਾਂ ਇਸ ਦੇ ਵਿੱਚ ਕੀ ਹੈ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਡਿਸਕਸ ਕਰ ਲਈਆਂ, ਕੰਟੀਨਿਊਅਸ, ਡਿਸਕੰਟੀਨਿਊਅਸ। ਹੁਣ ਆਪਾਂ ਮੇਨ ਗੱਲ ਕਰਨੇ ਹਾਂ ਕਿ ਕੰਟੀਨਿਊਅਸ ਫੰਕਸ਼ਨ ਕਿਹੜਾ ਹੋਏਗਾ। ਦਿਸ ਇਜ਼ ਵੈਰੀ ਇੰਪੋਰਟੈਂਟ, ਸੀ ਦਿਸ ਡੈਫੀਨੇਸ਼ਨ ਵੈਰੀ ਕੇਅਰਫੁਲੀ। Suppose that f is a real function on the subset of the real numbers and let C be a point in the domain of f, ਜਿੱਥੇ ਫੰਕਸ਼ਨ ਆਪਣੇ ਕੋਲ ਡਿਫਾਈਨਡ ਹੁੰਦਾ ਹੈ, ਜਿਸ ਇੰਟਰਵਲ ਦੇ ਵਿੱਚ ਫੰਕਸ਼ਨ ਆਪਣੇ ਕੋਲ ਡਿਫਾਈਨਡ ਹੋਏਗਾ, ਉਹ ਜਿਹੜਾ ਇੰਟਰਵਲ ਹੋਏਗਾ, that interval is said to be domain of f, then f is said to be continuous if at C, if limit x approaches to C, fx is equal to fx। ਇਹਨਾਂ ਦੋਨਾਂ ਨੂੰ ਧਿਆਨ ਦੇ ਨਾਲ ਦੇਖੋ, ਜਿਹੜਾ ਆਹ ਵਾਲਾ ਪਾਰਟ ਹੈਗਾ, ਦਿਸ ਇਜ਼ ਦਾ ਲਿਮਿਟਿੰਗ ਵੈਲਿਊ,
ਨੋਟ ਕਰ ਲਓ ਇਸ ਨੂੰ ਧਿਆਨ ਨਾਲ। ਦਿਸ ਇਜ਼ ਦਾ ਲਿਮਿਟਿੰਗ ਵੈਲਿਊ। ਜਦੋਂ ਆਪਾਂ ਲਿਮਿਟ ਅਪਲਾਈ ਕਰਕੇ ਵੈਲਿਊ ਨਿਕਾਲਾਂਗੇ ਦੈਟ ਇਜ਼ ਲਿਮਿਟਿੰਗ ਵੈਲਿਊ। ਐਂਡ ਐਫ ਸੀ ਜਦੋਂ ਆਪਾਂ ਸੀ x ਇਕੁਅਲ ਟੂ ਸੀ ਫੰਕਸ਼ਨ ਦੇ ਵਿੱਚ ਪੁੱਟ ਕਰ ਦਾਂਗੇ, ਠੀਕ ਹੈ ਨਾ। ਆ ਆਪਣੇ ਕੋਲ ਫੰਕਸ਼ਨ ਹੈਗਾ, ਇਸ ਫੰਕਸ਼ਨ ਦੇ ਵਿੱਚ ਜਿਹੜਾ x ਇਕੁਅਲ ਟੂ ਸੀ ਜਿਹੜਾ ਪੁਆਇੰਟ ਹੈਗਾ ਉਹ ਆਪਾਂ ਪੁੱਟ ਕੀਤਾ, ਉਹ ਆਪਾਂ ਨੂੰ ਸਿੱਧਾ ਬਣ ਜਾਊਗਾ ਐਫ ਸੀ। ਦਿਸ ਇਜ਼ ਦਾ ਫੰਕਸ਼ਨਲ ਵੈਲਿਊ। ਕੀ ਹੋਏਗੀ? ਫੰਕਸ਼ਨਲ ਵੈਲਿਊ। ਜਦੋਂ ਆਪਣੇ ਕੋਲ ਲਿਮਿਟਿੰਗ ਵੈਲਿਊ ਅਤੇ ਫੰਕਸ਼ਨਲ ਵੈਲਿਊ ਇਕੁਅਲ ਹੋਣਗੇ ਉਸ ਕੇਸ ਦੇ ਵਿੱਚ ਜਿਹੜਾ ਫੰਕਸ਼ਨ ਹੋਏਗਾ ਉਹ ਆਪਣੇ ਕੋਲ ਕੰਟੀਨਿਊਅਸ ਹੋਏਗਾ। ਦਿਸ ਇਜ਼ ਵੈਰੀ ਸਿੰਪਲ। ਲੇਕਿਨ ਇਸ ਨੂੰ ਮੈਂ ਆਪਾਂ ਥੋੜਾ ਜਿਹਾ ਹੋਰ ਬ੍ਰੇਕ ਕਰਨਾ ਪਏਗਾ ਆਪਾਂ ਨੂੰ। ਜਿਹੜਾ ਹੈ ਆਪਣੇ ਕੋਲ ਲਿਮਿਟ x ਅਪਰੋਚਸ ਟੂ c f(x) ਇਜ਼ ਇਕੁਅਲ ਟੂ fc, ਤਾਂ ਇਹਦੇ ਵਿੱਚ ਕੀ ਹੈ ਕਿ ਆ ਜਿਹੜਾ ਪਾਰਟ ਹੈਗਾ ਇਹ ਅੱਗੇ ਫਿਰ ਆਪਣੇ ਕੋਲ ਦੋ ਪਾਰਟ ਦੇ ਵਿੱਚ ਬਣ ਜਾਂਦਾ ਹੈ। ਹੁਣ x c ਨੂੰ ਅਪਰੋਚ ਕਰ ਰਿਹਾ, c ਆਪਣੇ ਕੋਲ ਕੋਈ ਪੁਆਇੰਟ ਹੈਗਾ ਇਸ ਲਾਈਨ ਦੇ ਉੱਪਰ, ਹੈ ਨਾ। ਦਿਸ ਇਜ਼ ਦਾ ਰੀਅਲ ਲਾਈਨ, ਇਸ ਦੇ ਉੱਪਰ ਕੋਈ ਆ c ਪੁਆਇੰਟ ਹੈਗਾ, ਤਾਂ x ਜਿਹੜਾ ਹੈ ਉਹ c ਨੂੰ ਅਪਰੋਚ ਕਰਦਾ, ਉਹ ਤਾਂ ਇਧਰੋਂ ਵੀ ਅਪਰੋਚ ਕਰੇਗਾ ਜਾਂ ਉਹ ਇਧਰੋਂ ਵੀ ਅਪਰੋਚ ਕਰ ਸਕਦਾ ਹੈ। ਤੇ ਜੇ ਇਧਰੋਂ ਅਪਰੋਚ ਕਰ ਰਿਹਾ ਤਾਂ x ਅਪਰੋਚਸ ਟੂ c ਫਰੋਮ ਲੈਫਟ ਸਾਈਡ, ਤੇ ਜੇ ਉਹ ਇਧਰੋਂ ਅਪਰੋਚ ਕਰਦਾ ਹੈ ਦੈਟ ਇਜ਼ ਨੋਨ ਐਜ਼ x ਅਪਰੋਚ ਟੂ c ਫਰੋਮ ਰਾਈਟ ਸਾਈਡ। ਤਾਂ ਇਸ ਦੇ ਫਿਰ ਆਪਾਂ ਨੂੰ ਦੋ ਪਾਰਟ ਹੋ ਗਏ। ਇੱਕ ਤਾਂ ਪਾਰਟ ਹੋ ਗਿਆ ਲਿਮਿਟ x ਅਪਰੋਚ ਟੂ c ਫਰੋਮ ਲੈਫਟ ਸਾਈਡ f(x), ਤੇ ਇੱਕ ਹੋ ਜਾਊਗਾ ਲਿਮਿਟ x ਅਪਰੋਚਸ ਟੂ c ਫਰੋਮ ਰਾਈਟ ਸਾਈਡ। ਤਾਂ ਕੀ ਹੈ ਕਿ ਜੇ ਆਪਣੇ ਕੋਲ ਇਸ ਦੇ ਦੋ ਪਾਰਟ ਬਣ ਰਹੇ ਨੇ, ਆ ਵੀ ਤਾਂ ਆਪਣੇ ਕੋਲ ਇਕੁਅਲ ਹੋਣੇ ਚਾਹੀਦੇ ਨੇ, ਐਂਡ ਦਿਸ ਮਸਟ ਬੀ ਇਕੁਅਲ ਟੂ ਐਫ ਸੀ। ਸਮਟਾਈਮਸ ਕੀ ਹੈ ਕਿ ਆਪਾਂ ਨੂੰ ਆ ਯੂਜ਼ ਕਰਨਾ ਪਏਗਾ, ਲਿਮਿਟਿੰਗ ਵੈਲਿਊ 8x ਅਪਰੋਚ ਟੂ c f(x) ਮਸਟ ਬੀ ਇਕੁਅਲ ਟੂ ਐਫ ਸੀ। ਤੇ ਕਈ ਵਾਰੀ ਆਪਾਂ ਨੂੰ ਕੀ ਹੈ ਕਿ ਆ ਚੀਜ਼ ਆ ਕੰਡੀਸ਼ਨ ਆਪਾਂ ਨੂੰ ਅਪਲਾਈ ਕਰਨੀ ਪੈਂਦੀ ਹੈ। ਲੈਫਟ ਲਿਮਿਟ ਇਜ਼ ਇਕੁਅਲ ਟੂ ਰਾਈਟ ਲਿਮਿਟ ਇਜ਼ ਇਕੁਅਲ ਟੂ ਫੰਕਸ਼ਨ ਵੈਲਿਊ। ਲੈਫਟ ਲਿਮਿਟ ਵੀ ਕਰਨੀ ਪੈਂਦੀ ਹੈ, ਰਾਈਟ ਲਿਮਿਟ ਵੀ ਕਰਨੀ ਪੈਂਦੀ ਹੈ, ਫੰਕਸ਼ਨ ਵੈਲਿਊ ਵੀ ਕਰਨੀ ਪੈਂਦੀ ਹੈ। ਤਿੰਨੋਂ ਵੈਲਿਊਜ਼ ਜਦੋਂ ਤੁਸੀਂ ਨਿਕਾਲੋਗੇ ਤੇ ਜੇ ਉਹ ਆਪਣੇ ਕੋਲ ਤਿੰਨੋਂ ਵੈਲਿਊਜ਼ ਇਕੁਅਲ ਆ ਰਹੀਆਂ ਨੇ then we can say that function is continuous. Either this is condition number 1, this is condition number 2, ਤਾਂ ਕੀ ਹੋਏਗਾ? Either condition 1 or condition 2, ਦੋਨਾਂ ਦੇ ਵਿੱਚੋਂ ਜਾਂ ਤਾਂ ਆਪਾਂ ਨੂੰ ਪਹਿਲੇ ਵਾਲੀ ਕੰਡੀਸ਼ਨ ਸੈਟੀਸਫਾਈ ਕਰਨੀ ਚਾਹੀਦੀ ਹੈ ਜਾਂ ਦੂਜੀ ਵਾਲੀ ਕੰਡੀਸ਼ਨ ਸੈਟੀਸਫਾਈ ਕਰਨੀ ਚਾਹੀਦੀ ਹੈ, ਠੀਕ ਹੈ ਨਾ। ਉਹ ਡਿਪੈਂਡ ਕਰੇਗਾ ਫੰਕਸ਼ਨ ਦੇ ਉੱਪਰ। ਇਹ ਆਪਾਂ ਅੱਗੇ ਜਦੋਂ ਆਪਾਂ ਐਗਜ਼ਾਮਪਲਸ ਕਰਾਂਗੇ, ਕੁਐਸਚਨਸ ਕਰਾਂਗੇ ਨਾ, ਉਦੋਂ ਇਹ ਤੁਹਾਡਾ ਕਨਸੈਪਟ ਕਲੀਅਰ ਹੋਏਗਾ। ਤਾਂ ਇਹ ਦੋਨੋਂ ਕੰਡੀਸ਼ਨਸ ਨੂੰ ਤੁਸੀਂ ਧਿਆਨ ਦੇ ਨਾਲ ਪੱਲੇ ਬੰਨ ਲਓ। ਜੇ ਆਪਣੇ ਕੋਲ ਪਹਿਲੀ ਕੰਡੀਸ਼ਨ ਨੂੰ ਜੇ ਤੁਸੀਂ ਓਬਜ਼ਰਵ ਕਰਦੇ ਹੋ, ਜੇ ਆਪਣੇ ਕੋਲ ਆ ਇਕੁਅਲ ਨਹੀਂ ਬਣਦਾ ਤਾਂ ਉਸ ਕੇਸ ਦੇ ਵਿੱਚ ਫੰਕਸ਼ਨ ਕੰਟੀਨਿਊਅਸ ਨਹੀਂ ਹੋਏਗਾ, ਜਾਂ ਇਹਦੀ ਲਿਮਿਟ ਐਗਜ਼ਿਸਟ ਨਹੀਂ ਕਰਦੀ ਤਾਂ ਵੀ ਫੰਕਸ਼ਨ ਕੰਟੀਨਿਊਅਸ ਨਹੀਂ ਬਣੇਗਾ, ਠੀਕ ਹੈ। ਤਾਂ ਇਹਦੀ ਲਿਮਿਟ ਐਗਜ਼ਿਸਟ ਕਰਨੀ ਚਾਹੀਦੀ ਹੈ ਤੇ ਉਹ ਫੰਕਸ਼ਨ ਦੇ ਇਕੁਅਲ ਵੀ ਹੋਣੀ ਚਾਹੀਦੀ ਹੈ, ਉਦੋਂ ਹੀ ਆਪਣੇ ਕੋਲ ਫੰਕਸ਼ਨ ਕੰਟੀਨਿਊਅਸ ਹੋਏਗਾ। ਸੈਕੰਡ ਕੰਡੀਸ਼ਨ ਦੇ ਵਿੱਚ ਕੀ ਹੋਏਗਾ? ਆਪਣੇ ਕੋਲ ਲੈਫਟ ਲਿਮਿਟ ਮਸਟ ਬੀ ਐਗਜ਼ਿਸਟ, ਰਾਈਟ ਲਿਮਿਟ ਮਸਟ ਬੀ ਐਗਜ਼ਿਸਟ, ਫੰਕਸ਼ਨ ਵੈਲਿਊ ਮਸਟ ਬੀ ਐਗਜ਼ਿਸਟ, ਤੇ ਤਿੰਨੋਂ ਇਕੁਅਲ ਵੀ ਹੋਣੇ ਚਾਹੀਦੇ ਨੇ, ਤਾਂ ਆਪਣੇ ਕੋਲ ਫੰਕਸ਼ਨ ਕੰਟੀਨਿਊਅਸ ਹੋਏਗਾ। ਜੇ ਆਪਣੇ ਕੋਲ ਆਈਦਰ ਲੈਫਟ ਲਿਮਿਟ ਔਰ ਰਾਈਟ ਲਿਮਿਟ ਐਗਜ਼ਿਸਟ ਨਹੀਂ ਕਰਦੀ ਜਾਂ ਦੋਨੋਂ ਲਿਮਿਟ ਆਪਣੇ ਕੋਲ ਐਗਜ਼ਿਸਟ ਕਰਦੀਆਂ ਨੇ ਬਟ ਉਹ ਇਕੁਅਲ ਨਹੀਂ ਹੈਗਾ, ਤਾਂ ਉਸ ਕੇਸ ਦੇ ਵਿੱਚ ਫੰਕਸ਼ਨ ਆਪਣੇ ਕੋਲ ਡਿਸਕੰਟੀਨਿਊਅਸ ਬਣ ਜਾਏਗਾ, ਠੀਕ ਹੈ ਨਾ। ਤਾਂ ਇਸ ਚੈਪਟਰ ਦੇ ਵਿੱਚ ਮੇਨ ਆਪਾਂ ਸਟੱਡੀ ਕਰਨਾ ਹੈ ਕਿ ਕਿਹੜੇ ਫੰਕਸ਼ਨ ਹੈਗੇ ਨੇ ਜਿਹੜੇ ਕਿ ਕੰਟੀਨਿਊਅਸ ਹੈਗੇ ਨੇ, ਕਿਹੜੇ ਹੈਗੇ ਨੇ ਡਿਸਕੰਟੀਨਿਊਅਸ ਹੈਗੇ ਨੇ, ਉਹਨਾਂ ਨੂੰ ਆਪਾਂ ਕਿਵੇਂ ਚੈੱਕ ਕਰਾਂਗੇ, ਉਹ ਆਪਾਂ ਕਿਵੇਂ ਟੈਸਟ ਕਰਾਂਗੇ। ਸੋ ਤੁਹਾਡੇ ਕੋਲ ਕੁੱਲ ਮਿਲਾ ਕੇ ਜਿਹੜੀਆਂ ਇਕੁਏਸ਼ਨ ਨੰਬਰ 1 ਦੇ ਵਿੱਚ ਤੇ ਇਕੁਏਸ਼ਨ ਨੰਬਰ 2 ਦੇ ਵਿੱਚ ਜੋ ਤੁਹਾਡੇ ਕੋਲ ਕੰਡੀਸ਼ਨ ਮੈਂ ਤੁਹਾਨੂੰ ਦੱਸੀਆਂ ਨੇ ਉਹ ਕੰਡੀਸ਼ਨ ਤੁਸੀਂ ਨੋਟ ਕਰ ਲਓ।
ਹਰੇਕ ਕੁਐਸਚਨ ਦੇ ਵਿੱਚ ਤੁਸੀਂ ਇਹ ਦੋ ਕੰਡੀਸ਼ਨਾਂ ਅਪਲਾਈ ਕਰਨੀਆਂ ਨੇ। ਜਦੋਂ ਤੱਕ ਤੁਸੀਂ ਮੈਥਮੈਟਿਕਸ ਪੜ੍ਹਦੇ ਹੋ, ਜਿੱਥੇ ਵੀ ਤੁਹਾਡੇ ਕੋਲ ਲਿਮਿਟ ਦੀ ਗੱਲ ਆਉਂਦੀ ਹੈ, ਹਮੇਸ਼ਾ ਤੁਹਾਨੂੰ ਇਹ ਦੋ ਕੰਡੀਸ਼ਨਾਂ ਹੀ ਅਪਲਾਈ ਕਰਨੀਆਂ ਪੈਣਗੀਆਂ। ਐਂਡ all these two conditions are very simple, ਕੋਈ ਮੁਸ਼ਕਿਲ ਵਾਲਾ ਕੰਮ ਨਹੀਂ ਹੈ। ਹੁਣ ਤੁਸੀਂ ਐਂ ਕਰੋ ਕਿ see this example, ਮੈਂ ਤੁਹਾਡੀ ਬੁੱਕ ਦੇ ਵਿੱਚ ਵੀ ਐਗਜ਼ਾਮਪਲ ਲੈ ਰਿਹਾ। ਉਸ ਦਾ ਕਾਰਨ ਇਹ ਹੈ ਕਿ ਟਾਈਮ ਘੱਟ ਹੈਗਾ ਹੈ ਨਾ, ਕਿਉਂਕਿ ਐਕਸਪਲੇਨ ਜ਼ਿਆਦਾ ਕਰਤਾ ਆਪਾਂ ਤੇ ਕੁਐਸਚਨਸ ਵੀ ਥੋੜੇ ਕਰ ਰਹੇ। ਜੇ ਸਾਰਾ ਕੁਝ ਮੈਂ ਲਿਖੂੰਗਾ ਤਾਂ ਟਾਈਮ ਜ਼ਿਆਦਾ ਲੱਗੇਗਾ। ਤਾਂ ਕੰਸੈਪਟ ਜਿਹੜਾ ਹੈਗਾ, ਮੇਨ ਚੀਜ਼ ਕੀ ਹੁੰਦੀ ਹੈ ਕਿ ਜਦੋਂ ਆਪਾਂ ਕੋਈ ਕੰਸੈਪਟ ਸਟੱਡੀ ਕਰ ਲਿਆ, ਕੰਸੈਪਟ ਸਟੱਡੀ ਕਰਨ ਤੋਂ ਬਾਅਦ ਦੂਜੀ ਗੱਲ ਆਉਂਦੀ ਹੈ ਕਿ ਉਸ ਨੂੰ ਆਪਾਂ ਯੂਜ਼ ਕਿਵੇਂ ਕਰਨਾ ਹੈ, ਉਹਨੂੰ ਆਪਾਂ ਇੰਪਲੀਮੈਂਟ ਕਿਵੇਂ ਕਰਨਾ ਹੈ, ਉਹਨੂੰ ਆਪਾਂ ਯੂਜ਼ ਕਿਵੇਂ ਕਰਨਾ। ਦਿਸ ਇਜ਼ ਵੈਰੀ ਇੰਪੋਰਟੈਂਟ। ਤਾਂ ਹੁਣ ਕੀ ਹੈ ਕਿ ਜਿਹੜੇ ਕੰਸੈਪਟ ਆਪਾਂ ਹੁਣ ਸਟੱਡੀ ਕੀਤੇ ਨੇ, ਉਹਨਾਂ ਨੂੰ ਆਪਾਂ ਹੁਣ ਇੰਪਲੀਮੈਂਟ ਕਰੀਏ। ਇਸ ਜਿਹੜੀ ਪਹਿਲੀ ਐਗਜ਼ਾਮਪਲ ਤੁਸੀਂ ਦੇਖ ਰਹੇ ਹੋ ਤੁਹਾਡੇ ਬੁੱਕ ਦੇ ਵਿੱਚੋਂ ਹੀ, ਇਹਦੇ ਵਿੱਚ ਕੀ ਹੈ ਕਿ ਲਿਮਿਟ x approaches to 1 fx is equal to f1। ਜੇ ਇਹ ਫੰਕਸ਼ਨ ਆਪਣਾ ਕੰਟੀਨਿਊਸ ਹੈਗਾ ਤਾਂ ਇਹ ਆਪਣੇ ਕੋਲ ਇਕੁਅਲ ਬਣਨਾ ਚਾਹੀਦਾ। ਇੱਥੇ c ਦੀ ਵੈਲਿਊ ਜਿਹੜੀ ਹੈ ਨਾ ਉਹ 1 ਹੈਗੀ ਹੈ, ਤਾਂ ਜਿਹੜੀ ਲੈਫਟ ਸਾਈਡ ਹੈਗੀ ਹੈ ਉਹ ਫੰਕਸ਼ਨ ਵੈਲਿਊ ਹੋ ਗਈ, ਲਿਮਿਟਿੰਗ ਵੈਲਿਊ ਹੋ ਗਈ, ਤੇ ਜਿਹੜਾ f1 ਹੈਗਾ ਉਹ ਫੰਕਸ਼ਨ ਵੈਲਿਊ ਹੋ ਗਈ। ਹੁਣ ਆਪਾਂ ਚੈੱਕ ਕਰੀਏ ਫੰਕਸ਼ਨ ਕੀ ਦਿੱਤਾ ਹੈ ਆਪਾਂ ਨੂੰ, fx is equal to 2x plus 3, 8x equal to 1। very simple and very interesting example, ਠੀਕ ਹੈ। ਤਾਂ ਜੋ ਆਪਾਂ ਦੋ ਕੰਡੀਸ਼ਨਾਂ ਆਪਾਂ ਸਟੱਡੀ ਕੀਤੀਆਂ ਨੇ, ਉਹਨਾਂ ਨੂੰ ਤੁਸੀਂ ਹੁਣ ਇੱਥੇ ਯੂਜ਼ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਆਪਾਂ ਇਸ ਵਿੱਚ ਲਿਮਿਟਿੰਗ ਵੈਲਿਊ ਨਿਕਾਲਾਂਗੇ। ਲਿਮਿਟਿੰਗ ਵੈਲਿਊ ਨਿਕਾਲਣ ਵਾਸਤੇ ਤੁਹਾਨੂੰ ਇੱਥੋਂ ਸਟਾਰਟ ਕਰਨਾ ਪਏਗਾ। ਲਿਮਿਟ x approaches to 1 fx, fx ਕਿੰਨਾ ਦਿੱਤਾ ਹੋਇਆ ਹੈ, ਉਹ ਤੁਹਾਨੂੰ ਦਿੱਤਾ ਹੋਇਆ 2x plus 3, ਤਾਂ ਇਹ ਆ ਜਾਊਗਾ ਆਪਣੇ ਕੋਲ ਲਿਮਿਟ x approaches to 1 2x plus 3। ਫਿਰ ਤੁਸੀਂ ਕੀ ਕਰੋਗੇ, ਜਿੱਥੇ x ਹੈਗਾ ਉੱਥੇ ਆਪਾਂ x equal to 1 ਪੁੱਟ ਕਰ ਦਾਂਗੇ। ਇਸ ਦੀ ਲਿਮਿਟ ਜਿਹੜੀ ਹੈ ਨਾ ਉਹ ਆਪਾਂ ਪੁੱਟ ਕਰ ਦਾਂਗੇ। ਤਾਂ ਦੇਖੋ ਜਿਹੜਾ ਇੱਥੇ x ਸੀਗਾ ਉੱਥੇ ਆਪਣੇ ਕੋਲ 1 ਆ ਗਿਆ, ਤਾਂ ਕੀ ਬਣ ਗਿਆ 2 into 1 plus 3 is equal to 5। ਠੀਕ, ਤਾਂ ਆ ਜਿਹੜੀ ਵੈਲਿਊ ਆਈ ਹੈ, ਦਿਸ ਇਜ਼ ਦਾ ਲਿਮਿਟਿੰਗ ਵੈਲਿਊ। ਇਹ ਕਿਸ ਦੀ ਵੈਲਿਊ ਆਈ ਹੈ, ਲਿਮਿਟ x approaches to 1 fx is equal to 5, this is the limiting value। ਤੇ ਜੇ ਆਪਾਂ ਇਸ ਦੀ ਹੁਣ ਫੰਕਸ਼ਨ ਵੈਲਿਊ ਨਿਕਾਲਣੀ ਹੋਵੇ ਫਿਰ ਤੁਸੀਂ ਕੀ ਕਰੋਗੇ, x is equal to 1, ਤੁਸੀਂ ਕੀ ਕਰੋਗੇ x equal to 1, ਇੱਥੇ ਆਪਾਂ 1 ਪੁੱਟ ਕਰਾਂਗੇ। ਇਸ ਦੇ ਵਿੱਚ ਜਿਹੜਾ ਫੰਕਸ਼ਨ ਦਿੱਤਾ ਹੋਇਆ ਹੈ 2 into 1 plus 3, ਜਿਹੜਾ ਤੁਹਾਨੂੰ ਫੰਕਸ਼ਨ ਦਿੱਤਾ ਹੋਇਆ ਨਾ ਸਿੱਧੀ ਡਾਇਰੈਕਟ ਤੁਸੀਂ ਇਹਦੇ ਵਿੱਚ ਵੈਲਿਊ ਪੁੱਟ ਕਰ ਦੋਗੇ। ਤਾਂ ਆ ਵੀ ਤੁਹਾਡੇ ਕੋਲ ਕਿੰਨਾ ਬਣਦਾ, 5 ਬਣਦਾ ਪਿਆ ਹੈ ਨਾ। ਤੇ ਤੁਹਾਡੇ ਕੋਲ ਦੋਨਾਂ ਨੂੰ ਮਿਲਾ ਕੇ ਲਿਮਿਟਿੰਗ ਵੈਲਿਊ ਅਤੇ ਫੰਕਸ਼ਨ ਵੈਲਿਊ ਦੋਨੋਂ ਹੀ ਤੁਹਾਡੇ ਕੋਲ ਇਕੁਅਲ ਆ ਰਹੀਆਂ ਨੇ। ਜਿਹੜੀ ਤੁਸੀਂ ਲਿਮਿਟ ਲਿੱਤੀ ਹੈ ਉਹ ਵੀ 5 ਬਣਿਆ, ਤੇ ਜਿਹੜੀ ਫੰਕਸ਼ਨ ਵੈਲਿਊ ਹੈਗੀ ਹੈ ਉਹ ਵੀ ਤੁਹਾਡੇ ਕੋਲ 5 ਬਣਿਆ। ਦੋਨੋਂ ਇਕੁਅਲ ਹੋ ਗਏ। ਜੇ ਇਕੁਅਲ ਆ ਗਏ ਤਾਂ ਇਸ ਦਾ ਮਤਲਬ ਫੰਕਸ਼ਨ ਇਜ਼ ਕੰਟੀਨਿਊਅਸ। ਵੈਰੀ ਸਿੰਪਲ। ਹੁਣ ਤੁਸੀਂ ਆ ਦੇਖੋ fx is equal to ਕਿੰਨਾ ਹੈਗਾ x ਸਕੁਅਰ। ਆਪਾਂ ਇਸ ਨੂੰ ਚੈੱਕ ਕਰਨਾ ਹੈ ਕਿ ਇਹ ਆਪਣੇ ਕੋਲ x equal to 0 ਤੇ ਕੰਟੀਨਿਊਅਸ ਹੈਗਾ ਜਾਂ ਨਹੀਂ ਹੈਗਾ। ਤੁਸੀਂ ਸਿਰਫ ਆ ਕੰਮ ਕਰਨਾ ਹੈ ਕਿ ਜਿੱਥੇ c ਹੈ ਉੱਥੇ ਤੁਸੀਂ c equal to 0 ਕਰਨਾ ਹੈ। ਤੁਹਾਡੇ ਕੋਲ ਆ ਕੰਡੀਸ਼ਨ ਬਣਨੀ ਚਾਹੀਦੀ ਹੈ, ਲਿਮਿਟ x approaches to 0 fx is equal to f0। ਜੇ ਤੁਹਾਡੇ ਕੋਲ ਆ ਇਕੁਅਲ ਆ ਗਿਆ ਤਾਂ ਕੰਟੀਨਿਊਅਸ ਹੋਏਗਾ। ਪਹਿਲਾਂ ਤੁਸੀਂ ਇਸ ਦੀ ਵੈਲਿਊ ਨਿਕਾਲਣੀ ਹੈ, ਫਿਰ ਆਪਾਂ 2 ਨੰਬਰ ਦੀ ਵੈਲਿਊ ਨਿਕਾਲਣੀ ਹੈ। ਆ ਦੇਖੋ ਆ ਲਿਮਿਟ ਆਪਾਂ ਅਪਲਾਈ ਕੀਤੀ, fx ਕਿੰਨਾ ਹੈ ਉਹ x ਸਕੁਅਰ ਸੀਗਾ। ਫਿਰ ਆਪਾਂ ਕੀ ਕੀਤਾ, ਇੱਥੇ x equal to 0 ਆਪਾਂ ਪੁੱਟ ਕਰਤਾ, ਤਾਂ 0 ਦਾ ਸਕੁਅਰ is equal to 0 ਆ ਗਿਆ। ਤੇ ਜੇ ਤੁਸੀਂ ਜਿਹੜਾ fx equal to x ਸਕੁਅਰ ਹੈਗਾ ਇਹਦੇ ਵਿੱਚ 0 ਪੁੱਟ ਕਰੋਗੇ ਤਾਂ ਉਹ ਵੀ ਤੁਹਾਡੇ ਕੋਲ 0 ਬਣੇਗਾ। ਤਾਂ ਆ ਵੀ 0 ਹੈਗਾ, ਤੇ ਜਿਹੜੀ ਆਪਾਂ ਆ ਵੀ ਨਿਕਾਲੀ ਆ ਵੀ 0 ਹੈਗਾ। ਦੋਨੋਂ ਆਪਣੇ ਕੋਲ ਇਕੁਅਲ ਆ ਗਏ। ਤੇ ਜਦੋਂ ਆਪਣੇ ਕੋਲ ਲਿਮਿਟਿੰਗ ਵੈਲਿਊ ਅਤੇ ਫੰਕਸ਼ਨ ਵੈਲਿਊ ਇਕੁਅਲ ਹੋਣਗੀਆਂ, ਉਸ ਕੇਸ ਦੇ ਵਿੱਚ ਫੰਕਸ਼ਨ ਜਿਹੜਾ ਹੋਏਗਾ ਉਹ ਹਮੇਸ਼ਾ ਕੰਟੀਨਿਊਅਸ ਹੋਏਗਾ। ਹੁਣ ਦੇਖੋ ਇਸ ਦੇ ਵਿੱਚ ਜਿਹੜਾ ਹੈ ਮੈਂ ਜ਼ਿਆਦਾ
दो क्वेश्चंस ते नाल दो एग्जांपल्स आपां डिस्कस कर लिया ते बेसिक कंसैप्ट जिहड़ा है वो आपां कंप्लीट डिस्कस कर लिया। तुसीं हुण करना की है, यू विल डू ओनली, चलो मैं एक तुहानूं क्वेश्चन आ होर करा देना। सी दिस एग्जांपल, दिस इज आल्सो वेरी इंपॉर्टेंट। हुण इस विच देखो कि जिहड़ा इंटरवल है अपना वो ब्रेक हो रहा है। फंक्शन की दिता है तुहानूं एफ एक्स इज इक्वल टू मॉडुलस ऑफ एक्स। फंक्शन की दिता है मॉडुलस ऑफ एक्स, एफ एक्स इज इक्वल टू मॉडुलस ऑफ एक्स एंड वी वांट टू चैक कि एक्स इक्वल टू 0 के उपर जिहड़ा आ फंक्शन है वो कॉन्टीन्यूअस है या नहीं है। तो इहदे विच की है कि जो मॉडुलस फंक्शन है एफ एक्स इज इक्वल टू एक्स होएगा वैन एक्स इज ग्रेटर दैन एंड इक्वल टू 0 तो माइनस एक्स होएगा वैन एक्स इज लैस दैन एंड इक्वल टू 0। हुण इस विच की है कि जिहड़ा इंटरवल सीगा अपने कोल वो ब्रेक हो रहा है, तो इहदे की करना पेगा, आपां नूं लैफ्ट लिमिट लैनी पऊगी, राइट लिमिट भी लैनी पऊगी, फिर आपां फंक्शन वैल्यू लवांगे। तो सब तो पहला लिमिट एक्स अप्रोचेस टू 0 फ्रॉम लैफ्ट साइड एफ एक्स, इसका मतलब की होएगा एक्स इज लैस दैन 0। तो की करोगे तुसीं, एक्स अप्रोच टू 0 तो एफ एक्स वैल्यू कितनी बनती है, जदों एक्स सॉरी इत्थे कला एक्स लैस दैन 0 आएगा। सी दिस पॉइंट, एट दिस पॉइंट ओनली एक्स इज लैस दैन 0। तो जदों एक्स लैस दैन 0 है तो एफ एक्स कितना है माइनस एक्स। ओके, तो इत्थे फिर आपां 0 पुट कर देंगे इज इक्वल टू 0 आ गया। एक नंबर हो गया अपने को लैफ्ट लिमिट। फिर लेने आप राइट लिमिट, लिमिट एक्स अप्रोचेस टू 0 फ्रॉम राइट साइड एफ एक्स इज इक्वल टू लिमिट एक्स अप्रोच टू 0। जो एक्स अप्रोच टू 0 करता है राइट साइड तो इसका मतलब एक्स इज ग्रेटर दैन 0। तो जो एक्स इक्वल टू एक्स ग्रेटर दैन 0 है तो उदों एफ एक्स कितना है एक्स, तो फिर अपना इतने एक्स आऊगा। वैल्यू पुट की लिमिट एक्स अप्रोच टू 0 सॉरी तो जोड़ा अपना एक्स है इतने आप सीधा 0 पुट करा तो इक्वल टू 0 आ गया। दिस इज राइट लिमिट, लैफ्ट लिमिट भी अपने 0 बनती है, राइट लिमिट भी अपने को 0 बनती है। हुण लवांगे आप फंक्शन वैल्यू एफ एक्स वैन एक्स इज इक्वल टू 0 एफ एक्स कितना बनता है, सी मॉडुलस ऑफ 0 इज इक्वल टू 0, ठीक है ना। तो वो अपने को नाल इत्थों भी तुसीं देख सकते हो, कोई दिक्कत नहीं है। जो एक्स इक्वल टू 0 है तो उदों अपने कितना होएगा एक्स वैन एक्स इज आइदर इक्वल टू 0 और एक्स इज ग्रेटर दैन 0 तो आप एक्स लवांगे, ठीक है ना। तो उस केस विच की है कि अपने को वो भी अपने को 0 बनती है, ठीक है ना। तो वैन एक्स इक्वल टू 0 है तो एफ एक्स कितना है एक्स, 0 पुट करोगे तो वो 0 ही बन जाएगा। क्लीयर। तो तुहाडे कोल 1 नंबर 2 नंबर 3 नंबर तीनों ही की बन रहे हैं, लैफ्ट लिमिट भी 0 बनया, राइट लिमिट भी 0 बनया तो फंक्शन वैल्यू भी 0 बनती है। सो नाउ वी विल राइट फ्रॉम दिस प्लेस limit x approach to 0 from left side is equal to limit x approaches to 0 from right side is equal to function value. So all these three are equal and hence we can say the given function is continuous. Given function is continuous. Okay, so in this way you will apply these conditions and along with what you will do हुण की है कि तकरीबन सारे प्रकार के क्वेश्चंस दी जो टाइप्स ने वो अपने को आ गया। नाउ यू कैन ट्राई एग्जाम्पल नंबर 4 एग्जाम्पल नंबर 5 6 ते जिहड़ी अपने को इत्थे एग्जाम्पल आ रही है डेफिनेशन डजंट मैटर
You can apply now example number 7, example number 8, 9, 10. All these you will check. Okay, ਤਾਂ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਟਰਾਈ ਕਰਨਾ। ਤੇ ਜਿਹੜਾ ਨੈਕਸਟ ਟਿਊਟੋਰੀਅਲ ਜਿਹੜਾ ਹੋਏਗਾ ਉਹ ਕੀ ਹੈ ਕਿ ਇਹਦੇ ਵਿੱਚੋਂ ਕੁਝ ਸਿਲੈਕਟਡ ਕੁਐਸਚਨਸ ਤੁਸੀਂ ਉਹ ਆਪਾਂ ਡਿਸਕਸ ਕਰਾਂਗੇ, ਠੀਕ ਹੈ ਨਾ। ਸੋ ਡੀਅਰ ਸਟੂਡੈਂਟ, ਗੱਲ ਇਸ ਤਰ੍ਹਾਂ ਹੈ ਕਿ ਆਪਾਂ ਲਿਮਿਟ ਕੀ ਹੁੰਦੀ ਹੈ, x ਅਪੋਜ਼ ਟੂ 0 ਜਾਂ x ਅਪੋਜ਼ ਟੂ a, ਇਸ ਦਾ ਮਤਲਬ ਕੀ ਹੁੰਦਾ ਹੈ, ਲਿਮਿਟਿੰਗ ਵੈਲਿਊ ਕੀ ਹੁੰਦੀ ਹੈ, ਫੰਕਸ਼ਨ ਵੈਲਿਊ ਕੀ ਹੁੰਦੀ ਹੈ, ਕੰਟੀਨਿਊਟੀ ਫੰਕਸ਼ਨ ਦੀ ਕੀ ਹੁੰਦੀ ਹੈ, ਡਿਸਕੰਟੀਨਿਊਸ ਕਦੋਂ ਹੋਏਗਾ। ਤਾਂ ਇਹ ਬਹੁਤ ਸਾਰੇ ਪੁਆਇੰਟਸ ਆਪਾਂ ਡਿਸਕਸ ਕੀਤੇ ਤੇ ਇਹਨਾਂ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਕਿਉਂਕਿ ਜਦੋਂ ਤੱਕ ਤੁਸੀਂ ਇਹ ਕਨਸੈਪਟ ਕਲੀਅਰ ਨਹੀਂ ਕਰੋਗੇ ਤਾਂ ਕੀ ਹੈ ਕਿ ਬਿਕੋਜ਼ ਦਿਸ ਇਜ਼ ਦਾ ਫਾਊਂਡੇਸ਼ਨ ਆਫ ਕੈਲਕੂਲਸ ਮੈਥਮੈਟਿਕਸ। ਜਿੰਨਾ ਵੀ ਤੁਸੀਂ ਅੱਗੇ ਹਾਇਰ ਕਲਾਸ ਦੇ ਵਿੱਚ ਮੈਥਮੈਟਿਕਸ ਸਟੱਡੀ ਕਰੋਗੇ ਉਹਨਾਂ ਦੇ ਵਿੱਚ ਕੀ ਹੈ ਕਿ ਇਹ ਤੁਹਾਡਾ ਬੇਸਿਕ ਕਨਸੈਪਟ ਜਿਹੜਾ ਹੈ ਉਹ ਸਾਰਾ ਯੂਜ਼ ਹੋਏਗਾ, ਕਿਉਂਕਿ ਇਹ ਗੱਲਾਂ ਆਪਾਂ ਨੂੰ ਹੁਣੇ ਕਲੀਅਰ ਕਰਨੀਆਂ ਪੈਣੀਆਂ। ਅਦਰਵਾਈਜ਼ ਜੇ ਇਹ ਕਨਸੈਪਟ ਤੁਹਾਡੇ ਕਲੀਅਰ ਨਹੀਂ ਹੋਣਗੇ ਤਾਂ ਫਿਰ ਅੱਗੇ ਜਾ ਕੇ ਤੁਹਾਨੂੰ ਪ੍ਰੋਬਲਮ ਆਏਗੀ। ਤਾਂ ਕਨਸੈਪਟ ਆਪਣੇ ਕੋਲ ਦੋ ਹੀ ਹੈਗੇ ਨੇ ਕਿ ਕੰਟੀਨਿਊਸ ਕਦੋਂ ਹੋਏਗਾ, ਉਹਦੇ ਵਾਸਤੇ ਦੋ ਕੰਡੀਸ਼ਨ ਹੈਗੀਆਂ ਨੇ, ਜਾਂ ਤਾਂ ਲਿਮਿਟਿੰਗ ਵੈਲਿਊ ਇਜ਼ ਇਕੁਅਲ ਟੂ ਫੰਕਸ਼ਨ ਵੈਲਿਊ, ਦੂਸਰੀ ਲੈਫਟ ਲਿਮਿਟ ਇਜ਼ ਇਕੁਅਲ ਟੂ ਰਾਈਟ ਲਿਮਿਟ ਇਜ਼ ਇਕੁਅਲ ਟੂ ਫੰਕਸ਼ਨ ਵੈਲਿਊ। ਸਿਰਫ ਇਹ ਦੋ ਕੰਡੀਸ਼ਨਾਂ ਮੈਂ ਤੁਹਾਨੂੰ ਦੱਸੀਆਂ ਨੇ, ਇਹ ਨਾ ਵੈਸੇ ਕੰਡੀਸ਼ਨ ਇੱਕੋ ਹੀ ਹੈਗੀ ਹੈ, ਬਟ ਦੂਸਰੀ ਜਦੋਂ ਬ੍ਰੇਕ ਕਰਨੇ ਹਾਂ ਤਾਂ ਉਹ ਪਹਿਲੀ ਤੋਂ ਬਣਦੀ ਹੈ। ਕਲੀਅਰ। ਤਾਂ ਕੁਝ ਆਪਾਂ ਇੱਥੇ ਕੁਐਸਚਨਸ ਜਿਹੜੇ ਹੈਗੇ ਨੇ ਤੁਹਾਡੀ ਬੁੱਕ ਦੇ ਵਿੱਚੋਂ ਹੀ ਆਪਾਂ ਡਿਸਕਸ ਕੀਤੇ NCERT ਦੇ ਵਿੱਚੋਂ, ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਕੁਐਸਚਨਸ ਆਪਾਂ ਡਿਸਕਸ ਕੀਤੇ ਨੇ ਉਹ ਤੁਹਾਨੂੰ ਪੂਰੇ ਸਮਝ ਆਏ ਹੋਣਗੇ। ਬਾਕੀ ਤਾਂ ਕੀ ਹੈ ਕਿ ਤੁਸੀਂ ਜਦੋਂ ਕਮੈਂਟ ਕਰੋਗੇ ਤਾਂ ਹੀ ਮੈਨੂੰ ਪਤਾ ਲੱਗੂਗਾ ਕਿ ਤੁਹਾਨੂੰ ਕਿੰਨੀ ਕੁ ਸਮਝ ਆਈ ਹੈ, ਅਦਰਵਾਈਜ਼ ਤਾਂ ਮੈਨੂੰ ਪਤਾ ਹੀ ਲੱਗਣਾ, ਠੀਕ ਹੈ। ਤੇ ਇਸ ਦੇ ਵਿੱਚ ਕੀ ਹੈ ਕਿ ਜਿਹੜਾ ਨੈਕਸਟ ਵੀਡੀਓ ਮੈਂ ਜਿਹੜਾ ਪਾਊਂਗਾ ਇਹਦੇ ਵਿੱਚੋਂ ਕੁਝ ਟਿਪੀਕਲ ਕੁਐਸਚਨਸ ਜਿਹੜੇ ਆਪਾਂ ਡਿਸਕਸ ਕੀਤੇ ਨੇ ਇਹਨਾਂ ਤੋਂ ਹਟ ਕੇ ਜਿਹੜੇ ਟਿਪੀਕਲ ਕੁਐਸਚਨਸ ਮੈਨੂੰ ਲੱਗਦੇ ਨੇ ਉਹ 4 ਕੁ 5 ਕੁਐਸਚਨ ਜਿਹੜੇ ਹੈ ਨੇ ਜਿਹਨਾਂ ਕੋ ਇੱਕ ਵੀਡੀਓ ਵਿੱਚ ਆ ਸਕਦੇ ਨੇ, ਠੀਕ ਹੈ ਨਾ, ਉਹ ਆਪਾਂ ਪਾਵਾਂਗੇ ਤਾਂ ਜੋ ਤੁਹਾਡਾ ਇਹ ਕਨਸੈਪਟ ਜਿਹੜਾ ਹੈ ਉਹ ਜ਼ਿਆਦਾ ਹੋਰ ਸਟਰੋਂਗ ਹੋ ਜਾਏ, ਠੀਕ ਹੈ ਨਾ। ਸੋ ਥੈਂਕ ਯੂ ਵੈਰੀ ਮਚ ਟੂ ਸੀ ਦਿਸ ਵੀਡੀਓ ਟਿਲ ਦਾ ਐਂਡ। ਔਰ ਜੇ ਤੁਸੀਂ ਸਾਰਾ ਵੀਡੀਓ ਸ਼ੇਅਰ ਚੈੱਕ ਕੀਤਾ ਹੈ, ਸਟੱਡੀ ਕੀਤਾ ਹੈ, ਧਿਆਨ ਨਾਲ ਸੁਣਿਆ, ਤਾਂ ਫਿਰ ਤੁਸੀਂ ਆਪਦੇ ਦੋਸਤਾਂ ਨੂੰ ਵੀ ਦੱਸੋ ਜੇ ਤੁਹਾਨੂੰ ਲੈਕਚਰ ਵਧੀਆ ਲੱਗਿਆ। ਥੈਂਕ ਯੂ।